ਅੱਜ ਦੀ ਇਸ ਗੁਰਮਤਿ ਕਲਾਸ ਵਿੱਚ ਸਾਰੇ ਹੀ ਸ਼ਾਮਲ ਹੋਣ ਵਾਲਿਆਂ ਨੂੰ ਜੀ ਆਇਆਂ। ਅਕਾਲ ਪੁਰਖ ਦੀ ਬਖਸ਼ਿਸ਼ ਕਿਰਪਾ ਸਦਕਾ ਅਸੀਂ ਰੋਜ਼ ਜੁੜ ਬੈਠਦੇ ਹਾਂ, ਕੁਝ ਗੱਲਾਂ ਸਿੱਖਣ ਲਈ, ਕੁਝ ਵਿਚਾਰਨ ਲਈ, ਕੋਈ ਸਮਝਣ ਲਈ, ਕੋਈ ਸਮਝਾਉਣ ਲਈ, ਕਿਉਂਕਿ ਆਪਾਂ ਸਾਰੇ ਸਿਖਿਆਰਥੀ ਹਾਂ। ਜਿਵੇਂ ਰੋਜ਼ ਹੀ ਕਲਾਸ ਦੀ ਆਰੰਭਤਾ ਤੋਂ ਪਹਿਲਾਂ ਮੂਲ ਮੰਤਰ ਤੇ ਗੁਰ ਮੰਤਰ ਦਾ ਪਾਠ ਜਾਪ ਅਸੀਂ ਕਰਦੇ ਹਾਂ, ਤਦ ਕਿ ਉਸ ਕਰਤਾਰ ਦੀ ਭਾਵ ਭਾਵਨੀ, ਉਹਦਾ ਸਤਿਕਾਰ, ਉਹਦਾ ਅਦਬ, ਉਹਦੀ ਯਾਦ ਸਾਡੇ ਮਨ 'ਚ ਵਸੀ ਰਹੇ ਔਰ ਅਸੀਂ ਗੁਰੂ ਦੀ ਗੱਲ ਬੜੇ ਪਿਆਰ ਭਾਵ ਭਾਵਨੀ ਨਾਲ ਕਰ ਸਕੀਏ। ਆਓ ਸਾਰੇ ਪਹਿਲਾਂ ਮੂਲ ਮੰਤਰ ਤੇ ਗੁਰ ਮੰਤਰ ਦਾ ਜਾਪ ਕਰੀਏ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰ ਪ੍ਰਸਾਦ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਬਖਸ਼ਿਸ਼ ਕਰਕੇ ਸਾਨੂੰ ਇਹ ਸਮਾਂ ਪ੍ਰਦਾਨ ਕੀਤਾ। ਸਤਿਗੁਰੂ ਜੀ ਦੀ ਕਿਰਪਾ ਸਦਕਾ ਅਸੀਂ ਰੋਜ਼ ਇੱਥੇ ਆ ਕੇ ਜੁੜਦੇ ਹਾਂ ਤੇ ਗੁਰੂ ਦੀ ਬਖਸ਼ਿਸ਼, ਗੁਰੂ ਦੀ ਅਸੀਸ ਹੋਵੇ ਤਾਂ ਹੀ ਆਪਾਂ ਰੋਜ਼ ਇੱਥੇ ਬੈਠ ਸਕਦੇ ਹਾਂ। ਪਰ ਇੱਕ ਕਈ ਐਸੇ ਪ੍ਰਾਣੀ ਹਨ ਜਿਨ੍ਹਾਂ ਨੂੰ ਦੁਨੀਆ ਦੇ ਫਿਕਰ, ਧੰਦੇ, ਘਰ, ਘਾਟ, ਕੰਮ, ਚਿੰਤਾ, ਉਹ ਗੁਰੂ ਦੀ ਗੱਲ ਸੁਣਦੇ ਹੀ ਨਹੀਂ, ਕਰਦੇ ਹੀ ਨਹੀਂ। ਪਰ ਜੇ ਸਤਿਗੁਰ ਆਪਣੀ ਨਦਰ ਕਰਮ ਬਖਸ਼ਿਸ਼ ਰੱਖੇ ਫਿਰ ਆਪਾਂ ਗੁਰੂ ਦੀ ਗੱਲ ਕਰਨ ਲਈ, ਸੁਣਨ ਲਈ ਅੰਦਰ ਚਾਉ ਪੈਦਾ ਹੋ ਜਾਂਦਾ ਹੈ। ਇਹ ਚਾਉ ਬਣਿਆ ਰਹੇ, ਇਹੋ ਸਾਡੀ ਜ਼ਿੰਦਗੀ ਦੀ ਇੱਛਾ ਤਮੰਨਾ ਹੈ ਕਿ ਚਾਉ ਬਣਿਆ ਰਹੇ। ਸਿੱਧ ਗੋਸ਼ਟ ਦੀ ਲੜੀਵਾਰ ਵਿਚਾਰ ਚੱਲ ਰਹੀ ਹੈ। 36 ਪੌੜੀਆਂ ਦੀ ਵਿਚਾਰ ਅਸੀਂ ਪਿਛਲੀਆਂ ਕਥਾ ਵਿੱਚ, ਪਿਛਲੀਆਂ ਕਲਾਸਾਂ ਵਿੱਚ ਕਰ ਚੁੱਕੇ ਹਾਂ। 37ਵੀਂ ਪੌੜੀ ਤੋਂ ਅੱਜ ਦੀ ਵਿਚਾਰ ਆਰੰਭ ਹੋਣੀ ਹੈ। 36ਵੀਂ ਪੌੜੀ ਦੇ ਵਿੱਚ ਕੱਲ ਆਪਾਂ ਵਿਆਖਿਆ ਸਹਿਤ ਡਿਟੇਲ ਵਿੱਚ ਵਿਚਾਰ ਕੀਤੀ ਸੀ। ਗੁਰਮਤਿ ਵਿੱਚ ਨਾਮ ਦਾ ਕੀ ਸੰਕਲਪ ਹੈ, ਗੁਰਮਤਿ ਵਿੱਚ ਦਾਨ ਦਾ ਕੀ ਸੰਕਲਪ ਹੈ, ਗੁਰਮਤਿ ਵਿੱਚ ਇਸ਼ਨਾਨ ਦਾ ਕੀ ਸੰਕਲਪ ਹੈ। ਤਿੰਨ ਚੀਜ਼ਾਂ ਹੀ ਬੇਸਿਕ ਸਿੱਖੀ ਦਾ ਆਧਾਰ ਵੀ ਹਨ ਔਰ ਹਮੇਸ਼ਾ ਸਾਡੀ ਚਰਚਾ ਦੇ ਵਿੱਚ, ਗੱਲਬਾਤ ਦੇ ਵਿੱਚ ਇਹ ਤਿੰਨੇ ਚੀਜ਼ਾਂ ਆਉਂਦੀਆਂ ਵੀ ਰਹਿੰਦੀਆਂ ਹਨ। ਇਹਨਾਂ ਦਾ ਜ਼ਿਕਰ ਵੀ ਹੁੰਦਾ ਰਹਿੰਦਾ। ਨਾਮ, ਦਾਨ, ਇਸ਼ਨਾਨ ਆਮ ਹੀ ਅਸੀਂ ਲਫ਼ਜ਼ਾਂ ਵਿੱਚ ਵੀ ਵਰਤਦੇ ਹਾਂ। ਉਹਨਾਂ ਦੀ ਕੱਲ ਆਪਾਂ ਲੰਬੀ ਵਿਚਾਰ ਕੀਤੀ ਸੀ ਕਿ ਜਿਹੜਾ ਮਨੁੱਖ ਗੁਰੂ ਦਾ ਹੁਕਮ ਮੰਨਦਾ ਹੈ, ਗੁਰੂ ਅਨੁਸਾਰੀ ਹੋ ਜਾਂਦਾ ਹੈ, ਗੁਰੂ ਦੇ ਦੱਸੇ ਮਾਰਗ ਤੇ ਚੱਲਦਾ ਹੈ, ਉਹ ਵਾਹਿਗੁਰੂ ਦੀ ਯਾਦ ਵਿੱਚ ਜੁੜਦਾ ਹੈ
ਕੇਵਲ ਆਪ ਹੀ ਨਹੀਂ ਜੁੜਦਾ, ਉਹ ਨਾਮ ਦੀ ਵੰਡ ਵੀ ਕਰਦਾ ਹੈ। ਆਪ ਜਪੈ ਅਵਰਾ ਨਾਮ ਜਪਾਵੋ, ਉਹਦਾ ਸਿਧਾਂਤ ਬਣ ਜਾਂਦਾ ਹੈ। ਫਿਰ ਉਸ ਨਾਮ ਦੇ ਇਸ਼ਨਾਨ ਨਾਲ ਆਪਣੇ ਅੰਦਰ ਨੂੰ ਸ਼ੁੱਧ ਤੇ ਪਵਿੱਤਰ ਕਰ ਲੈਂਦਾ ਹੈ। ਉਹਨੂੰ ਫਿਰ ਗੰਗਾ ਜਮਨਾ ਸਰਸਵਤੀ ਦੀ ਤਰਬੇਣੀ ਦੇ ਇਸ਼ਨਾਨ ਦੀ ਲੋੜ ਨਹੀਂ ਪੈਂਦੀ। ਜਿਹੜਾ ਉਸ ਵੇਲੇ ਇਹ ਗੱਲ ਮੰਨਿਆ ਜਾਂਦਾ ਸੀ ਵੀ ਇਹਦਾ ਇਸ਼ਨਾਨ ਬੜਾ ਪਵਿੱਤਰ ਹੈ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸਿਆ, ਨਹੀਂ, ਨਾਮ ਦੇ ਇਸ਼ਨਾਨ ਤੋਂ ਵੱਡੀ ਕੋਈ ਚੀਜ਼ ਨਹੀਂ, ਨਾਮ ਦੇ ਇਸ਼ਨਾਨ ਤੋਂ ਵੱਡਾ ਕੋਈ ਤਰਬੇਣੀ ਨਹੀਂ, ਕੋਈ ਸੰਗਮ ਨਹੀਂ। ਭਗਤ ਕਬੀਰ ਜੀ ਨੇ ਵੀ ਇਹ ਗੱਲ ਸਾਨੂੰ ਸਮਝਾਈ ਸੀ ਵੀ ਮੈਂ ਤਾਂ ਉਲਟੀ ਗੰਗਾ ਚਲਾ ਦਿੱਤੀ ਹੈ, ਮੇਰੇ ਅੰਦਰ ਹੀ ਹੁਣ ਗੰਗਾ ਜਮਨਾ ਤੇ ਸਰਸਵਤੀ ਦਾ ਮੇਲ ਹੋ ਗਿਆ ਹੈ, ਹੁਣ ਮੈਨੂੰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਭਾਵ ਇਹ ਹੈ ਕਿ ਕੇਂਦਰੀ ਸਥਾਨ ਜਿਹੜੇ ਸਾਡੇ ਜਾਣਾ ਹੈ, ਪਰ ਜਾ ਕੇ ਕੁਝ ਸਿੱਖਣਾ ਹੈ। ਕੇਵਲ ਇਸ ਭਾਵਨਾ ਦੇ ਨਾਲ ਜਾਣਾ ਵੀ ਬਸ ਅਸੀਂ ਚੱਲੇ ਆ, ਇਸ਼ਨਾਨ ਕਰਾਂਗੇ, ਵਾਪਸ ਆ ਜਾਾਂਗੇ, ਉਹਦੇ ਨਾਲ ਕੁਝ ਅਸੀਂ ਲਾਹਾ ਨਹੀਂ ਲੈ ਸਕਦੇ। ਇਸ਼ਨਾਨ ਇੱਕ ਕਿਰਿਆ ਹੈ, ਮਨ ਦਾ ਇਸ਼ਨਾਨ ਬਾਣੀ ਦੇ ਨਾਲ ਹੋਣਾ ਹੈ, ਇਹ ਤਨ ਦਾ ਇਸ਼ਨਾਨ ਹੈ। ਮਨ ਨੂੰ ਬਾਣੀ ਦੇ ਨਾਲ ਪਵਿੱਤਰ ਕਰਨਾ, ਉਹ ਹੈ ਅੰਦਰ ਕੀਰਤਨ ਦਾ। ਗੁਰੂ ਕੇ ਕੀਰਤਨੀਏ ਜੋ ਕੀਰਤਨ ਕਰਦੇ ਹਨ, ਉਹਨੂੰ ਸੁਣਨਾ, ਵਿਚਾਰਨਾ, ਸਮਝਣਾ, ਇਹ ਸਾਡਾ ਅਸਲੀ ਜਾਣ ਦਾ ਭਰਮ ਭੁਲੇਖਾ ਸਾਡੇ ਮਨ 'ਚ ਨਿਕਲ ਜਾਣਾ ਚਾਹੀਦਾ ਹੈ। ਅਨੰਦਪੁਰ ਸਾਹਿਬ ਦੀ ਪਾਵਨ ਧਰਤੀ ਦੇ ਦਰਸ਼ਨ ਦਾਰੇ ਕਰਨ ਜਾਈਏ, ਖਿਆਲ ਆਵੇ ਇਹ ਖਾਲਸੇ ਦੀ ਧਰਤੀ ਹੈ, ਖਾਲਸੇ ਦੀ ਸਿਰਜਣਾ ਦੀ ਧਰਤੀ ਹੈ। ਇੱਥੇ ਕਲਗੀਧਰ ਪਾਤਸ਼ਾਹ ਨੇ ਖੰਡੇ ਬਾਟੇ ਦੀ ਪਹੁਲ ਦੇ ਕੇ ਸਾਨੂੰ ਨਿਵਾਜਿਆ ਸੀ, ਸਾਨੂੰ ਸੰਪੂਰਨਤਾ ਬਖਸ਼ੀ ਸੀ, ਸਾਡੇ ਤੇ ਮੋਹਰ ਲਾਈ ਸੀ, ਸਟੈਂਪ ਲਾਈ ਸੀ। ਖਾਲਸਾ ਸੰਪੂਰਨ ਹੋ ਗਿਆ। ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਜਾ ਕੇ ਫਿਰ ਅੰਦਰ ਚਾਹੋ ਹੋਵੇ ਅਸੀਂ ਖੰਡੇ ਬਾਟੇ ਦੀ ਪਹੁਲ ਲੈਣੀ ਹੈ, ਤੇ ਪਹੁਲ ਸਾਡੀ ਵੀ ਜ਼ਿੰਦਗੀ 'ਚ ਆਵੇ, ਅਸੀਂ ਵੀ ਗੁਰੂ ਵਾਲੇ ਬਣੀਏ। ਪਰ ਜੇ ਅਸੀਂ ਬਾਰ-ਬਾਰ ਕਰੀਬ 10 ਵਾਰੀ 20 ਵਾਰੀ ਦਰਸ਼ਨ ਵੀ ਕਰ ਆਈਏ, ਜਾ ਵੀ ਆਈਏ, ਪਰ ਸਾਡੀ ਜ਼ਿੰਦਗੀ ਦੇ ਵਿੱਚ ਇਹ ਗੱਲ ਆਵੇ ਹੀ ਨਾ, ਤਾਂ ਫਿਰ ਗੱਲ ਜਿਹੜੀ ਬਣਦੀ ਨਹੀਂ ਹੈ। ਇਸ ਵਾਸਤੇ ਸਾਡਾ ਇਸ਼ਨਾਨ, ਸਾਡਾ ਜਾਣ ਦਾ ਮਨੋਰਥ, ਸਾਡੀਆਂ ਯਾਤਰਾ ਜਿਹੜੀਆਂ ਹਨ, ਉਹਨਾਂ ਦਾ ਮਨੋਰਥ ਕੁਝ ਹੋਰ ਹੈ, ਜਿਹਨੂੰ ਥੋੜ੍ਹੀ ਜਿਹੀ ਸਮਝਣ ਦੀ ਲੋੜ ਹੈ। ਜਿਹੜੇ ਗੁਰੂ ਸਾਰੇ ਹੋ ਜਾਂਦੇ ਨੇ, ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਫਿਰ ਉਹ ਆਤਮਿਕ ਅਡੋਲਤਾ ਵਿੱਚ ਜੁੜੇ ਰਹਿੰਦੇ ਨੇ, ਉਹਨਾਂ ਦੇ ਜੀਵਨ ਵਿੱਚ ਹਮੇਸ਼ਾ ਹੀ ਸਹਿਜ ਬਣਿਆ ਰਹਿੰਦਾ ਹੈ। ਜਿਹੜੇ ਮਨੁੱਖ ਗੁਰੂ ਦੇ ਸਨਮੁਖ ਹੁੰਦੇ ਨੇ, ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਵੀ ਆਦਰ ਪਾਉਂਦੇ ਹਨ, ਉਹਨਾਂ ਨੂੰ ਪਿਆਰਾ ਪ੍ਰਭੂ ਮਿਲ ਪੈਂਦਾ ਹੈ, ਤੇ ਉਹਨਾਂ ਦੇ ਅੰਦਰ ਕੋਈ ਡਰ, ਚਿੰਤਾ, ਸਹਿਮ, ਕੋਈ ਇਹੋ ਜਿਹਾ ਪਖੰਡ, ਭਰਮ, ਭਾਉ ਸਭ ਚਲਾ ਜਾਂਦਾ ਹੈ। ਉਹ ਡਰਦੇ ਨਹੀਂ, ਮੌਤ ਦਾ ਡਰ ਵੀ ਉਹਨਾਂ ਨੂੰ ਡਰਾ ਨਹੀਂ ਸਕਦਾ, ਕਿਉਂਕਿ ਜੀਵਨ ਦਾ ਆਨੰਦ ਉਹਨਾਂ ਨੇ ਮਾਣ ਲਿਆ ਹੈ। ਗੁਰੂ ਅਨੁਸਾਰੀ ਹੋਏ ਜਿਹੜੇ ਹਨ, ਜਿਹੜੇ ਗੁਰੂ ਦੇ ਹੁਕਮ ਹੀ ਤੁਰਦੇ ਹਨ, ਉਹ ਵਾਹਿਗੁਰੂ ਦੀ ਬੰਦਗੀ ਦਾ ਆਪ ਕਰਦੇ ਹਨ, ਹੋਰਾਂ ਨੂੰ ਬੰਦਗੀ ਕਰਨ ਦਾ ਉਪਦੇਸ਼ ਵੀ ਦਿੰਦੇ ਹਨ, ਭਾਵ ਬੰਦਗੀ ਕਰਨ ਦੇ ਇਸ ਮਾਰਗ ਦੇ ਉੱਤੇ ਤੋਰਦੇ ਹਨ। ਇਸ ਵਾਸਤੇ ਸਤਿਗੁਰੂ ਜੀ ਨੇ ਕਿਹਾ ਸੀ, ਹੇ ਗੁਰੂ ਨਾਨਕ ਪਾਤਸ਼ਾਹ ਸਤਿਗੁਰੂ ਕਹਿੰਦੇ ਵੀ ਜੋਗੀਓ, ਪ੍ਰਭੂ ਫਿਰ ਪਰਮੇਸ਼ਰ ਜਿਹੜਾ ਹੈ, ਜਦੋਂ ਅਸੀਂ ਉਹਦੀ ਗੁਰੂ ਅਨੁਸਾਰੀ ਹੋ ਜਾਈਏ, ਉਹ ਫਿਰ ਆਪਣੇ ਵਿੱਚ ਮਿਲਾ ਲੈਂਦਾ ਹੈ, ਆਪਣੇ ਵਿੱਚ ਲੀਨ ਕਰ ਲੈਂਦਾ ਹੈ। ਅੱਜ ਅੱਗੋਂ 37ਵੀਂ ਪੌੜੀ ਦਾ ਆਪਾਂ ਪਾਠ ਪਹਿਲਾਂ ਕਰੀਏ, ਫਿਰ ਉਹਦੇ ਵਿਚਾਰ ਆਰੰਭ ਕਰਦੇ ਹਾਂ ਜੀ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘਟ ਘਟ ਭੇਦ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੇ ਘਟ ਘਟ ਭੇਦ। ਗੁਰਮੁਖ ਵੈਰ ਵਿਰੋਧ ਗਵਾਵੇ, ਗੁਰਮੁਖ ਸਗਲੀ ਗੰਤ ਮਿਟਾਵੇ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਕਸਮ ਪਛਾਤਾ। ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਕਸਮ ਪਛਾਤਾ।
ਸਤਿਗੁਰੂ ਜੀ ਨੇ ਅੱਜ ਦੇ ਇਹਨਾਂ ਪਾਵਨ ਬੋਲਾਂ ਵਿੱਚ, ਪਾਵਨ ਬਚਨਾਂ ਵਿੱਚ, ਜੋ 37ਵੀਂ ਪੌੜੀ ਵਿੱਚ ਸਤਿਗੁਰੂ ਜੀ ਦੇ ਸਿੱਧ ਗੋਸ਼ਟ ਦੀ 37ਵੀਂ ਪੌੜੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 942 ਤੇ ਇਹ ਜੋ ਪੌੜੀ ਦਰਜ ਹੈ, ਉਹਦੇ ਬਹੁਤ ਹੀ ਗੁੱਝੇ ਭਾਵ ਸਤਿਗੁਰੂ ਜੀ ਨੇ ਦਿੱਤੇ ਹਨ। ਔਰ ਸਿੱਖੀ ਦੇ ਮਾਰਗ ਤੇ ਚੱਲਣ ਵਾਲਿਆਂ ਨੂੰ ਇੱਕ ਬੜਾ ਡੂੰਘਾ ਡਾਢਾ ਉਪਦੇਸ਼ ਗੁਰੂ ਮਹਾਰਾਜ ਨੇ ਇਸ ਵਿੱਚ ਦਿੱਤਾ ਹੈ। ਧਰਮ ਦੀ ਦੁਨੀਆ ਦੇ ਵਿੱਚ ਸਮੇਂ-ਸਮੇਂ ਤੇ ਵੱਖ-ਵੱਖ ਧਰਮਾਂ ਦਾ ਬੋਲਬਾਲਾ ਰਿਹਾ ਹੈ। ਇਸ ਧਰਤੀ ਦੇ ਉੱਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਆਗਮਨ ਹੁੰਦਾ ਹੈ, 3 ਧਰਮ ਪ੍ਰਸਿੱਧ ਸਨ। ਇੱਕ ਯੋਗ ਮਤ, ਇੱਕ ਹਿੰਦੂ ਮਤ ਔਰ ਇੱਕ ਇਸਲਾਮ ਮਤ। ਤਿੰਨਾਂ ਦਾ ਬੋਲਬਾਲਾ ਇਸ ਭਾਰਤ ਦੀ ਧਰਤੀ ਦੇ ਉੱਤੇ ਸੀ। ਸਤਿਗੁਰੂ ਜੀ ਨੇ ਤਿੰਨਾਂ ਦੇ ਸਥਾਨਾਂ ਤੇ ਜਾ ਕੇ ਹੀ ਵਿਚਾਰ ਚਰਚਾ ਵੀ ਕੀਤੀਆਂ, ਇਹਨਾਂ ਦੀਆਂ ਯਾਤਰਾਵਾਂ ਵੀ ਕੀਤੀਆਂ ਔਰ ਧਰਮ ਦੇ ਆਗੂਆਂ ਨੂੰ ਸੱਚਮੁੱਚ ਧਰਮੀ ਬਣਨ ਦਾ ਉਪਦੇਸ਼ ਦਿੱਤਾ ਹੈ। ਔਰ ਜਿਹੜੇ ਧਰਮ ਦੇ ਪਾਂਧੀ ਬਣ ਜਾਂਦੇ ਹਨ, ਜਿਨ੍ਹਾਂ ਨੂੰ ਅੰਦਰ ਗਿਆਨ ਹੋ ਜਾਂਦਾ ਹੈ, ਉਹਨਾਂ ਨੂੰ ਫਿਰ ਸਾਰੇ ਅਸਲੀਅਤ ਦੀ ਸਮਝ ਆ ਜਾਂਦੀ ਹੈ। ਅਸਲ ਵਿੱਚ ਧਾਰਮਿਕ ਗ੍ਰੰਥਾਂ ਵਿੱਚ ਲਿਖਿਆ ਕੀ ਹੈ, ਧਾਰਮਿਕ ਗ੍ਰੰਥਾਂ 'ਚ ਹੋਣਾ ਕੀ ਚਾਹੀਦਾ ਸੀ, ਕਮੀਆਂ ਕੀ ਹਨ, ਕਮਜ਼ੋਰੀਆਂ ਕੀ ਹਨ, ਇਹ ਗੱਲਾਂ ਸਾਰੀਆਂ ਉਹਨਾਂ ਦੇ ਸਮਝ ਆ ਜਾਂਦੀਆਂ ਹਨ। ਜਿਹੜੇ ਗੁਰੂ ਦੇ ਮਾਰਗ ਤੇ ਚੱਲਦੇ ਹਨ, ਗੁਰੂ ਅਨੁਸਾਰੀ ਜਿਹੜੇ ਹੋ ਜਾਂਦੇ ਹਨ। ਗੁਰੂ ਪਾਤਸ਼ਾਹ ਜੀ ਨੇ ਇੱਥੇ 3 ਧਾਰਮਿਕ ਚੀਜ਼ਾਂ ਦਾ ਜ਼ਿਕਰ ਕੀਤਾ ਜਿਹੜਾ ਉਸ ਵੇਲੇ ਚੱਲਦੀਆਂ ਸੀ। ਥੋੜਾ ਇਹਨਾਂ ਬਾਰੇ ਵਿਚਾਰ ਆਪਾਂ ਨੂੰ ਜ਼ਰੂਰ ਸਮਝਣੀ ਚਾਹੀਦੀ ਵੀ ਚੀਜ਼ ਹੈ ਕੀ ਹੈ, ਜਿਨ੍ਹਾਂ ਬਾਰੇ ਗੁਰੂ ਮਹਾਰਾਜ ਨੇ ਇਸ ਤੋਂ ਉੱਪਰ ਉੱਠਣ ਦੀ ਗੱਲ ਕੀਤੀ। ਸ਼ਾਸਤਰ ਧਾਰਮਿਕ ਗ੍ਰੰਥ ਹਨ, 6 ਸ਼ਾਸਤਰ ਹਨ, 6 ਇਹਨਾਂ ਦੇ ਰਚਨਹਾਰ ਹਨ। ਆਪਾਂ ਸੋਹਿਲੇ ਦੀ ਬਾਣੀ ਵਿੱਚ ਇਹ ਗੱਲ ਅਸੀਂ ਪੜ੍ਹਦੇ ਹਾਂ। ਉਸ ਤੋਂ ਬਾਅਦ ਹੈ ਸਿਮਰਤੀ ਹੈ। ਸਿਮਰਤੀ ਦਾ ਜਿਹੜਾ ਲਫ਼ਜ਼ ਦੀ ਅਰਥ ਹੈ ਉਹ ਯਾਦ ਹੁੰਦਾ ਹੈ। ਸਿਮਰਤ ਯਾਦ ਵਿੱਚ ਲਿਆਉਣਾ। ਸਿਮਰਤ ਦਾ ਅਰਥ ਹੈ ਯਾਦ ਵਿੱਚ ਲਿਆਉਣਾ, ਕੋਈ ਯਾਦ ਕਰਨਾ, ਚੇਤੇ ਕਰਨਾ, ਚਿੰਤਨ 'ਚ ਲਾਉਣਾ। ਤੋ ਜੋ ਇਹ ਸਿਮਰਤੀਆਂ ਅਜਿਹੇ ਗ੍ਰੰਥ ਹਨ ਜੋ ਯਾਦ ਦੇ ਆਧਾਰ ਦੇ ਉੱਤੇ ਲਿਖੇ ਗਏ ਹਨ। ਜਿਹੜੇ ਗ੍ਰੰਥ ਯਾਦ ਦੇ ਆਧਾਰ ਤੇ ਲਿਖੇ ਗਏ ਉਹਨਾਂ ਨੂੰ ਸਿਮਰਤੀ ਕਿਹਾ ਜਾਂਦਾ। ਸਿਮਰਤੀ ਦੇ ਵਿੱਚੋਂ ਪੈਦਾ ਹੋਏ, ਭਾਵ ਯਾਦ ਵਿੱਚੋਂ ਪੈਦਾ ਹੋਏ। ਇਹ ਗ੍ਰੰਥ ਯਾਦ ਦੇ ਆਧਾਰ ਦੇ ਉੱਤੇ ਲਿਖੇ ਗਏ ਹਨ। ਜਿਵੇਂ ਪੁਰਾਣਾਂ ਦੇ ਵਿੱਚ ਹਿੰਦੂ ਸਮਾਜ ਦਾ ਇਤਿਹਾਸ ਦਰਜ ਹੈ, ਉਸੇ ਤਰ੍ਹਾਂ ਹੀ ਇਹਨਾਂ ਸਿਮਰਤੀਆਂ ਵਿੱਚ ਹਿੰਦੂ ਸਮਾਜ ਦਾ ਵਿਧਾਨ ਦਰਜ ਹੈ। ਕਰਨਾ ਕੀ ਹੈ, ਕੀ ਹੋਣਾ ਚਾਹੀਦਾ, ਕਨਸਟੀਟਿਊਸ਼ਨ ਜਿਹਨੂੰ ਅਸੀਂ ਆਖਦੇ ਹਾਂ, ਵਿਧਾਨ। ਇਹਨਾਂ ਸਿਮਰਤੀਆਂ ਦੇ ਵਿੱਚ ਇਸ ਸਮਾਜ ਦਾ ਵਿਧਾਨ ਦਰਜ ਹੈ। ਜਿਵੇਂ ਪੁਰਾਣਾਂ ਦੇ ਵਿੱਚ ਇਤਿਹਾਸ ਲਿਖਿਆ ਹੋਇਆ ਤੇ ਇਹਨਾਂ ਵਿੱਚ ਉਹਦਾ ਵਿਧਾਨ ਲਿਖਿਆ ਹੋਇਆ ਵੀ ਸਾਡੇ ਕੀ ਅੰਗ ਹਨ, ਕਿਵੇਂ ਕਰਨਾ। ਜਿਵੇਂ ਅਸੀਂ ਰਹਿਤ ਮਰਿਆਦਾ ਦਾ ਇੱਕ ਛੋਟਾ ਜਿਹਾ ਕਨਸਟੀਟਿਊਸ਼ਨ ਅਸੀਂ ਉਹਨੂੰ ਕਹਿ ਦਿੰਦੇ ਹਾਂ, ਆਪਣਾ ਸਿੱਖ ਦਾ ਜਿਹੜਾ ਗੁਰੂ ਪੰਥ ਨੇ ਬਣਾਇਆ। ਔਰ ਇਹ ਗੁਰੂ ਪੰਥ ਦਾ ਬਣਾਇਆ ਹੋਇਆ ਇਹ ਡਾਕੂਮੈਂਟ ਨਹੀਂ ਹੈ, ਇਹ ਇੱਕ ਸੰਵਿਧਾਨ ਹੈ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਉਹ ਤ੍ਰੈਧਨਾਮਿਆਂ ਤੋਂ ਸੇਧ ਲੈ ਕੇ ਬਣਾਇਆ ਗਿਆ। ਰਹਿਤਨਾਮੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਦੇ ਆਧਾਰ ਦੇ ਉੱਤੇ ਹੀ ਇਹ ਸਿੱਖ ਰਹਿਤ ਮਰਿਆਦਾ ਜਿਹੜੀ ਸੀ ਇਹ ਕਾਇਮ ਕੀਤੀ ਗਈ। ਉਹਦੇ ਲਈ ਬੜਾ ਲੰਬਾ ਸਮਾਂ ਲੱਗਾ। ਇਤਿਹਾਸ ਲਿਖਦਾ 1928 ਤੋਂ ਇਹਦੇ ਯਤਨ ਹੋਏ ਸਨ। 1931 ਵਿੱਚ ਫਿਰ ਪੱਕੇ ਯਤਨ ਪ੍ਰਫੁੱਲਤ ਹੋਏ ਔਰ 1945 ਵਿੱਚ ਜਾ ਕੇ ਇਹਦੀ ਸੰਪੂਰਨਤਾ ਹੋਈ। ਇੱਕ 20 ਪੇਜ ਦਾ ਜਾਂ 24 ਪੇਜ ਦਾ ਡਾਕੂਮੈਂਟ ਲਿਖਣ ਲਈ 14 ਸਾਲ ਲੱਗ ਗਏ, ਕਿਉਂਕਿ ਹਰ ਨਿੱਕੇ ਸ਼ਬਦ ਨੂੰ, ਨਿੱਕੇ ਸਿਧਾਂਤ ਨੂੰ ਕਸੌਟੀ ਤੇ ਪਰਖਣਾ ਸੀ। ਕਸੌਟੀ ਤੇ ਪਰਖ ਕੇ ਹੀ ਉਹਦਾ ਜਿਹੜਾ ਸੀ ਉਹ ਨਿਰਣਾ ਕਰਨਾ ਸੀ। ਗੁਰੂ ਪੰਥ ਦੇ ਸੰਪਰਦਾਵਾਂ, ਗੁਰੂ ਪੰਥ ਦੇ ਵਿਦਵਾਨ, ਯੂਨੀਵਰਸਿਟੀਆਂ, ਕਾਲਜਾਂ ਦੇ ਸਿੰਘ ਸਭਾਵਾਂ ਦੇ ਹੋਰ ਵੀ ਬੜੇ ਬੰਦਿਆਂ ਨੇ ਇਹਦੇ ਵਿੱਚ ਹਿੱਸਾ ਲਿਆ। ਔਰ ਇੱਥੇ ਹਿੱਸੇ ਤੋਂ ਬਾਅਦ ਜੋ ਨਿਰਣਾ ਆਇਆ ਉਹ 1936 ਵਿੱਚ ਪਹਿਲੀ ਵਾਰੀ ਉਹ ਰਹਿਤ ਮਰਿਆਦਾ ਜਿਹੜੀ ਸੀ ਉਹਦਾ ਐਲਾਨ ਕੀਤਾ ਗਿਆ। ਪਰ ਕੁਝ ਸੁਝਾਅ ਤੇ ਕੁਝ ਸੋਧਾਂ ਜਿਹੜੀਆਂ ਸਨ ਹੋਰ ਹੋਈਆਂ। 1945 ਦੇ ਵਿੱਚ ਜਾ ਕੇ ਇਹਨੂੰ ਸੰਪੂਰਨਤਾ ਜਿਹੜੀ ਸੀ ਉਹ ਦਿੱਤੀ ਗਈ। ਇਸ ਤਰ੍ਹਾਂ ਹਰ ਕੌਮ ਦੇ ਆਪੋ ਆਪਣੇ ਵਿਧਾਨ ਹੁੰਦੇ ਨੇ।
साडा श्री गुरु ग्रंथ साहिब जी और सिख रहत मर्यादा जो गुरु पंथ ने बताई है, श्री गुरु ग्रंथ साहिब जी जो गुरु महाराज दे अपना लिखिया होया साडा ग्रंथ है, जिथों जो असीं आत्मक जोत आखदे हां, जिस ग्रंथ तो असीं जीवन जाच सिखदे हां, जीवन जाच लैंदे हां, कोई रहत मर्यादा भी कोई उस मुताबिक ही बनाई गई। तो जिहड़ियां सिमरतियां हन, ਇਹ ਹਿੰਦੂ ਸਮਾਜ ਦਾ ਵਿਧਾਨ ਇਹਦੇ ਵਿੱਚ ਦਰਜ ਹੈ। ਇਹਨਾਂ ਵਿੱਚ ਧਰਮ ਕਰਮ ਦੀਆਂ ਪੂਰੀਆਂ ਰਸਮਾਂ ਪੂਰੇ ਵਿਸਥਾਰ ਦੇ ਨਾਲ ਲਿਖੀਆਂ ਗਈਆਂ ਨੇ। ਇਹ ਧਰਮ ਕਰਮ ਕਿਵੇਂ ਕਰਨੇ ਆ, ਜਨਮ ਵੇਲੇ ਕੀ ਕਰਨਾ, ਕੀ ਮੰਤਰ ਪੜ੍ਹਨਾ, ਮਰਨ ਵੇਲੇ ਕੀ ਕਰਨਾ, ਕਿਵੇਂ ਦੀਵੇ ਜਗਾਉਣੇ ਜਾਂ ਜੋ ਕੁਝ ਕਰਨਾ, ਇਹ ਪੂਰੇ ਵਿਸਥਾਰ ਦੇ ਨਾਲ ਇਹ ਸਾਰਾ ਕੁਝ ਇਹਦੇ ਵਿੱਚ ਨਾ ਗ੍ਰੰਥਾਂ ਦੇ ਵਿੱਚ ਲਿਖਿਆ ਗਿਆ ਹੈ। ਭਾਵੇਂ ਸਿਮਰਤੀਆਂ ਦੀ ਕੁੱਲ ਗਿਣਤੀ 27 ਹੈ, ਸਿਮਰਤੀਆਂ ਦੀ ਕੁੱਲ ਗਿਣਤੀ 27 ਹੈ, ਪਰ ਇਹਨਾਂ ਵਿੱਚੋਂ 3 ਸਿਮਰਤੀਆਂ ਜਿਹੜੀਆਂ ਨੇ ਉਹ ਪ੍ਰਸਿੱਧ ਕਰਕੇ ਮੰਨੀਆਂ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਮਨੂ ਸਿਮਰਤੀ, ਦੂਜੀ ਪਰਾਸੁਰ ਸਿਮਰਤੀ ਤੇ ਤੀਜੀ ਜਾਗਵਲਿਕ ਸਿਮਰਤੀ। 3 ਸਿਮਰਤੀਆਂ ਜਿਹੜੀਆਂ ਪ੍ਰਮੁੱਖ ਹਨ, ਜਿਹੜੀਆਂ ਇਸ ਸਮਾਜ ਦੇ ਵਿੱਚ ਇਹਨਾਂ ਦੀ ਜ਼ਿਆਦਾ ਵਰਤੋਂ, ਤਿੰਨਾਂ ਸਿਮਰਤੀਆਂ ਦੀ ਜ਼ਿਆਦਾ ਵਰਤੋਂ ਜਿਹੜੀ ਹੈ ਉਹ ਦੇਖਣ ਵਿੱਚ ਮਿਲਦੀ ਹੈ। ਪਰ ਇਹਨਾਂ ਵਿੱਚੋਂ ਮਨੂ ਸਿਮਰਤੀ ਜਿਹੜੀ ਹੈ ਉਹ ਸਭ ਤੋਂ ਵੱਡੀ ਤੇ ਸਭ ਤੋਂ ਮੋਹਰੀ ਜਿਹੜੀ ਹੈ ਉਹ ਮੰਨੀ ਜਾਂਦੀ ਹੈ। ਮਨੂ ਸਿਮਰਤੀ ਦੇ ਉਦਾਹਰਨਾਂ ਵੀ ਅਸੀਂ ਕਈ ਵਾਰ ਪੜ੍ਹਦੇ ਹਾਂ, ਪਰ ਉਹ ਮੰਨੀ ਜਾਂਦੀ ਹੈ। ਜਾਤ ਪਾਤ ਵਰਨ ਵੰਡ ਦੀ ਮਰਿਆਦਾ ਬਹੁਤ ਕਰਕੇ ਇਹਨਾਂ ਸਿਮਰਤੀਆਂ ਦੇ ਉੱਤੇ ਹੀ ਆਧਾਰਿਤ ਹੈ। ਇਹਨਾਂ ਸਿਮਰਤੀਆਂ ਵਿੱਚ ਇਹ ਸਭ ਕੁਝ ਲਿਖਿਆ ਹੋਇਆ ਹੈ। ਮਨੂ ਸਿਮਰਤੀ ਵਿੱਚ ਵੀ ਸਭ ਕੁਝ ਲਿਖਿਆ ਹੋਇਆ ਵੀ ਸ਼ੂਦਰ ਖੂਹ ਤੇ ਨਹੀਂ ਚੜ੍ਹ ਸਕਦਾ, ਜੇ ਉਹ ਧਰਮ ਕਰਨ ਦੀ ਗੱਲ ਕਰ ਲਵੇ ਉਹਦੇ ਕੰਨਾਂ 'ਚ ਤੇਲ ਪਾ ਕੇ ਸਾੜ ਦਿੱਤਾ ਜਾਏ, ਇਸ ਤਰ੍ਹਾਂ ਬੜਾ ਕੁਝ ਲਿਖਿਆ ਹੋਇਆ ਹੈ। ਵੀ ਸ਼ੂਦਰ ਨੂੰ ਗੱਲ ਵਿੱਚ ਟੱਲ ਪਾ ਕੇ ਆਉਣਾ ਪਏਗਾ ਕਿਉਂਕਿ ਉੱਚੀ ਜਾਤੀ ਦੀ ਉਹਦੇ ਆਉਣ ਦੀ ਆਵਾਜ਼ ਸੁਣ ਲਵੇ। ਭਾਵ ਜਾਤ ਪਾਤ ਵਰਨ ਵੰਡ ਦੀਆਂ ਸਾਰੀਆਂ ਜਿਹੜੀਆਂ ਦੀਵਾਰਾਂ ਹਨ ਉਹ ਇਹ ਤਾਂ ਸਿਮਰਤੀਆਂ ਦੇ ਉੱਤੇ ਹੀ ਖੜੀਆਂ ਗਈਆਂ ਕੀਤੀਆਂ ਗਈਆਂ ਹਨ। ਪਰ ਗੁਰੂ ਗੋਬਿੰਦ ਭਗਤ ਕਬੀਰ ਜੀ ਨੇ ਇਹਨਾਂ ਸਿਮਰਤੀਆਂ ਦਾ ਜਿਹੜਾ ਨਕਸ਼ਾ ਖਿੱਚਿਆ ਉਹ ਬੜਾ ਕਮਾਲ ਦਾ ਹੈ। ਉਹ ਕਹਿੰਦੇ ਨੇ ਵੀ ਇਹ ਸਿਮਰਤੀਆਂ ਵੇਦਾਂ ਦੀ ਧੀ ਹੈ, ਵੇਦਾਂ ਦੇ ਵਿੱਚੋਂ ਇਹਦਾ ਜਨਮ ਹੋਇਆ, ਭਾਵ ਵੇਦਾਂ ਦੇ ਆਧਾਰ ਤੇ ਬਣੀ ਹੈ, ਜਿਸ ਨੇ ਸਮਾਜ ਨੂੰ ਬੰਧਨਾਂ ਤੇ ਜੰਜੀਰਾਂ 'ਚ ਲਿਆ ਕੇ ਜਕੜ ਦਿੱਤਾ। ਹੁਣ ਸਾਡਾ ਜਿਹੜਾ ਗੁਰਮੁਖ ਹੈ ਉਹ ਗੱਲ ਕੀ ਸਮਝਦਾ ਵੀ ਇਹ ਅਸਲ ਵਿੱਚ ਸਮਾਜ ਨੂੰ ਇਹਨਾਂ ਨੇ ਬੰਧਨਾਂ ਤੇ ਜੰਜੀਰਾਂ ਦੇ ਵਿੱਚ ਲਿਆ ਕੇ ਜਕੜ ਦਿੱਤਾ ਹੈ। ਭਗਤ ਕਬੀਰ ਜੀ ਨੇ ਗੌੜੀ ਰਾਗ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਕ 329 ਦੇ ਉੱਤੇ ਬੜੇ ਖੂਬਸੂਰਤ ਜਿਹੇ ਵਿਚਾਰ ਦਿੱਤੇ ਹਨ। ਕਹਿੰਦੇ ਹਨ, ਵੇਦ ਕੀ ਪੁੱਤਰੀ ਸਿਮਰਤ ਭਾਈ। ਇਹ ਸਿਮਰਤੀਆਂ ਵੇਦਾਂ ਦੀਆਂ ਪੁੱਤਰੀਆਂ ਭਾਵ ਉਹਦੇ ਵਿੱਚੋਂ ਪੈਦਾ ਹੋਈਆਂ। ਸਾਕਲ ਜੇਵਰੀ ਲੈ ਹੈ ਆਈ। ਸਾਕਲ ਦਾ ਅਰਥ ਹੁੰਦਾ ਸੰਗਲ, ਜੇਵਰੀ ਦਾ ਅਰਥ ਹੁੰਦਾ ਰੱਸੀ। ਕਹਿੰਦੇ ਨੇ ਵੀ ਇਹ ਆਪਣੇ ਦੇ ਨਾਲ ਸੰਗਲ ਵੀ ਤੇ ਰੱਸੀਆਂ ਵੀ ਨਾਲ ਲੈ ਕੇ ਆ ਗਈ। ਭਾਵ ਕੁਝ ਨਿਯਮਾਂ, ਭਾਵ ਕੁਝ ਕਰਮ ਕਾਂਡਾਂ ਵਿੱਚ ਇਹਨੂੰ ਜਕੜਨ ਦੇ ਲਈ ਇਹ ਵੇਦਾਂ ਚੋਂ ਪੈਦਾ ਹੋਈਆਂ ਸਿਮਰਤੀਆਂ, ਤੇ ਇਹ ਆਪਣੇ ਨਾਲ ਸੰਗਲ ਵੀ ਲੈ ਕੇ ਆਈ। ਬੰਧਨਾਂ ਦੇ ਸੰਗਲ ਜਿਹੜੇ ਹਨ ਤੇ ਰੱਸੀ ਵੀ ਨਾਲ ਲਿਆਂਦੀ ਤਾਂ ਕਿ ਬੰਧਨਾਂ ਦੇ ਸੰਗਲਾਂ ਦੇ ਨਾਲ ਇਹਨਾਂ ਬੰਧਨਾਂ ਵਿੱਚ ਆਪਣੇ ਸ਼ਰਧਾਲੂਆਂ ਨੂੰ ਬੰਨਿਆ ਜਾ ਸਕੇ। ਭਗਤ ਕਬੀਰ ਜੀ ਨੇ ਗੌੜੀ ਰਾਗ ਦੇ ਵਿੱਚ ਇਹ ਬਚਨ ਜਿਹੜਾ ਹੈ ਉਹ ਲਿਖਿਆ ਹੈ। ਕਹਿੰਦੇ ਨੇ ਇੱਥੇ ਹੀ ਵਸ ਨਹੀਂ ਆਪਨ ਨਗਰ ਆਪ ਤੇ ਬੰਧਿਆ। ਉਹਨਾਂ ਨੇ ਆਪਣੇ ਨਗਰ ਦੇ ਸਾਰੇ ਸ਼ਰਧਾਲੂ ਆਪ ਹੀ ਬੰਧ ਲਏ, ਇਹਨਾਂ ਦੇ ਵਿੱਚ ਜਕੜ ਦਿੱਤੇ, ਇੱਥੋਂ ਬਾਹਰ ਨਿਕਲ ਨਹੀਂ ਸਕਦੇ ਔਰ ਨਿਕਲਦੇ ਵੀ ਨਹੀਂ ਹਨ। ਕਹਿੰਦੇ ਆਪਨ ਨਗਰ ਆਪ ਤੇ ਬੰਧਿਆ ਮੋਹ ਕੇ ਫਾਂਦ ਕਾਲ ਸਰ ਸਾਂਧਿਆ। ਕਹਿੰਦੇ ਉਹਨਾਂ ਦੇ ਸਾਂਧਿਆ ਦਾ ਤੀਰ ਹੈ, ਮੌਤ ਦਾ ਜਿਹੜਾ ਤੀਰ ਸੀ ਉਹਨਾਂ ਦੇ ਸਿਰ ਤੇ ਲਿਆ ਕੇ ਖੜਾ ਕਰਤਾ, ਡਰਾਵਾ ਦੇ ਦਿੱਤਾ, ਔਰ ਇਸ ਡਰਾਵੇ ਦੇ ਵਿੱਚੋਂ ਇਹ ਨਿਕਲਣ ਨੂੰ ਤਿਆਰ ਹੀ ਨਹੀਂ ਹਨ। ਇਸ ਡਰਾਵੇ ਦੇ ਵਿੱਚੋਂ ਇਹ ਨਿਕਲਣ ਨੂੰ ਤਿਆਰ ਨਹੀਂ। ਕਹਿੰਦੇ ਇੰਨਾ ਇਹਨਾਂ ਨੂੰ ਜਕੜ ਦਿੱਤਾ, ਹਰ ਗੱਲ ਦੇ ਉੱਤੇ ਉਹਦਾ ਮੌਤ ਦਾ ਡਰ ਇਹਨਾਂ ਦੇ ਸਿਰ ਦੇ ਉੱਤੇ ਖੜਾ ਕਰ ਦਿੱਤਾ, ਮੋਹ ਦੇ ਬੰਧਨਾਂ 'ਚ ਇਹਨਾਂ ਨੂੰ ਬੰਨ੍ਹ ਦਿੱਤਾ ਇਹਨਾਂ ਸਿਮਰਤੀਆਂ ਨੇ। ਫਿਰ ਕਹਿੰਦੇ ਕੱਟੀ ਨਾ ਕਟੇ ਟੂਟ ਨਾ ਜਾਏ। ਵੀ ਕੱਟੀ ਵੀ ਨਹੀਂ ਜਾ ਸਕਦੇ ਬੰਧਨ, ਨਾ ਇਹ ਤੋੜੇ ਜਾ ਸਕਦੇ ਆ। ਤੇ ਸੰਗਲਾਂ ਦੇ ਬੰਧਨ ਨਾ ਤੋੜੇ ਜਾ ਸਕਦੇ ਨਾ ਕੱਟੇ ਜਾ ਸਕਦੇ ਆ। ਦਰਅਸਲ ਕਹਿੰਦੇ ਨੇ ਇਹ ਸਾਥ ਸਪਨ ਹੋਏ ਜਗ ਕੋ ਖਾਈ। ਸਾਥ ਸਪਨ ਹੋਏ ਜਗ ਕੋ ਖਾਈ। ਕਹਿੰਦੇ ਜਿਹੜੀ ਸਪਨੀ ਹੈ ਨਾ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ, ਨਹੀਂ ਤਾਂ ਧਰਤੀ ਸਾਰੀ ਸੱਪਾਂ ਨਾਲ ਭਰੀ ਹੋਵੇ।
ਸੱਪਣੀ ਜਿਹੜੀ ਹੈ ਆਪਣੇ ਬੱਚਿਆਂ ਨੂੰ ਖਾ ਜਾਂਦੀ ਹੈ। ਇਸੇ ਤਰ੍ਹਾਂ ਹੀ ਭਗਤ ਕਬੀਰ ਜੀ ਨੇ ਕਿਹਾ ਸਾ ਸਾਪਨ ਹੋਏ ਜਗ ਕੋ ਖਾਈ, ਵੀ ਆਪਣੇ ਸ਼ਰਧਾਲੂਆਂ ਨੂੰ ਆਪ ਹੀ ਬੰਧਨਾਂ 'ਚ ਬੰਨਿਆ ਹੋਇਆ ਤੇ ਉਹਨਾਂ ਨੂੰ ਇਹ ਖਾਈ ਜਾ ਰਿਹਾ। ਇਹਦਾ ਸਿਮਰਤੀਆਂ ਦੀ ਗੱਲ ਜਿਹੜੀ ਕੀਤੀ ਹੈ। ਹਮ ਦੇਖਤ ਜਦ ਸਭ ਜਗ ਲੁੱਟਿਆ, ਕਹਿੰਦੇ ਮੈਂ ਵੇਖਿਆ ਵੀ ਸਾਰਾ ਸੰਸਾਰ ਇਹਨਾਂ ਨੇ ਲੁੱਟ ਲਿਆ। ਔਰ ਫਿਰ ਕਹਿੰਦੇ ਨਹੀਂ ਬਈ ਹੁਣ ਆਪਣੀ ਦੇ ਅਸਥਾਨ ਦਿੱਤੇ ਗੁਰਮੁਖ ਦੀ ਰੀਤ ਕੀ ਹੈ। ਭਗਤ ਕਬੀਰ ਜੀ ਫਿਰ ਕਹਿੰਦੇ ਕਹੋ ਕਬੀਰ ਮੈਂ ਰਾਮ ਕਹਿ ਛੂਟਿਆ, ਕਹਿੰਦੇ ਆਪਾਂ ਤਾਂ ਲੱਗੇ ਰੱਬ ਦੀ ਬੰਦਗੀ 'ਚ, ਬਸ ਸਾਡਾ ਕੰਮ ਬੰਦਗੀ ਹੈ, ਸਾਡਾ ਕੰਮ ਕਰਮਕਾਂਡ ਨਹੀਂ ਹੈ। ਹੁਣ ਜਿਹੜਾ ਗੁਰਮੁਖ ਦਾ ਮਾਰਗ ਹੈ, ਜਿਹੜਾ ਗੁਰੂ ਦੀ ਅਨੁਸਾਰੀ ਹੋ ਜਾਂਦਾ ਹੈ, ਜਿਹੜਾ ਗੁਰੂ ਦੇ ਦੱਸੇ ਮਾਰਗ ਤੇ ਚੱਲ ਪੈਂਦਾ, ਉਹਨੂੰ ਵੀ ਇਹ ਗੱਲ ਸਮਝ ਆ ਜਾਂਦੀ ਹੈ। ਪਰ ਸਾਡੇ ਚੋਂ ਬਹੁਤ ਸਾਰੇ ਐਸੇ ਨੇ ਜਿਹੜੇ ਇਹਨਾਂ ਕਰਮਾਂ ਕਾਂਡਾਂ 'ਚ ਬੱਝੇ ਹੋਏ ਅੱਜ ਵੀ ਜਨਮ ਵੇਲੇ ਮਰਨ ਵੇਲੇ ਕੋਈ ਕਪਾਲ ਕਿਰਿਆ ਕਰਦਾ, ਕੋਈ ਖੋਪੜੀ ਸੁੱਟਾ ਮਾਰੀ ਜਾਂਦਾ, ਕੋਈ ਹੱਥਾਂ ਦੇ ਦੀਵੇ ਜਗਾਈ ਜਾਂਦਾ ਹੈ, ਕੋਈ ਹੱਡੀਆਂ ਹੀ ਪਤਾਲਪੁਰੀ ਜਾ ਕੇ ਰੋੜਨ ਨੂੰ ਫਿਰਦਾ। ਦੇਖੋ ਹੈਰਾਨੀ ਦੀ ਬਾਤ ਇਹ ਹੈ, ਕਮਾਲ ਦੀ ਬਾਤ ਇਹ ਹੈ ਵੀ ਸਾਨੂੰ ਸ਼ਾਇਦ ਇਹਨਾਂ ਸਮਝ ਹੀ ਨਹੀਂ ਆਈ। ਉੱਥੇ ਲਿਖਿਆ ਹੋਇਆ ਵੀ ਇਹ ਹੱਡੀਆਂ ਜਿਹੜੀਆਂ ਉੱਥੇ ਪਾਈਆਂ ਜਾਣ ਤਾਂ ਤੁਹਾਡੇ ਪਿੱਤਰਾਂ ਦਾ ਉਧਾਰ ਹੋਏਗਾ। ਹੁਣ ਸਾਡੇ ਅਸੀਂ ਸਮਝ ਲਿਆ ਵੀ ਸ਼ਾਇਦ ਹੱਡੀਆਂ ਇਹ ਪਤਾਲਪੁਰੀ 'ਚ ਪਾਉਣ ਨਾਲ ਹੀ ਉਧਾਰ ਹੋਏਗਾ, ਜਦ ਕਿ ਹੱਡੀਆਂ ਸਿਰਫ ਉਹ ਸੰਭਾਲ ਲਈ ਹਨ, ਕਿਉਂਕਿ ਉੱਥੇ ਹੋਰ ਵੀ ਸੰਸਕਾਰ ਹੋਣੇ ਨੇ, ਹੋਰ ਵੀ ਬੰਦੇ ਸਾੜੇ ਜਾਣੇ ਨੇ, ਹੋਰ ਵੀ ਮੁਰਦੇ ਆਣੇ ਨੇ। ਉਹ ਸਿਰਫ ਸਾਡੀ ਸੰਭਾਲ ਲਈ ਹੈ। ਲਿਖਿਆ ਵੀ ਹੋਇਆ ਰਹਿਤ ਮਰਿਆਦਾ ਦੇ ਵਿੱਚ ਵੀ ਰਾਖ ਸਮੇਤ ਇਹਨਾਂ ਨੂੰ ਚੁੱਕ ਲਿਆ ਜਾਵੇ, ਰਾਖ ਸਮੇਤ ਇਹਨਾਂ ਨੂੰ ਚੁੱਕ ਲਿਆ ਜਾਵੇ, ਇਹਨਾਂ ਨੂੰ ਜਾਂ ਜਲ ਪ੍ਰਵਾਹ ਨੇੜੇ ਵਗਦੇ ਕਿਤੇ ਪਾਣੀ 'ਚ ਕਰ ਦਿੱਤਾ ਜਾਵੇ, ਜਾਂ ਜ਼ਮੀਨ ਦੇ ਵਿੱਚ ਟੋਆ ਪੁੱਟ ਕੇ ਦੱਬ ਦਿੱਤਾ ਜਾਵੇ। ਹੁਣ ਅਸੀਂ ਤਾਂ ਇੱਥੋਂ ਤੱਕ ਵੀ ਪਹੁੰਚ ਗਏ, ਹਵਾਈ ਜਹਾਜ਼ਾਂ ਦੀਆਂ ਟਿਕਟਾਂ ਵੀ ਖਰਚਦੇ ਆ, ਲਾਲ ਰੰਗ ਦੀ ਪੋਟਲੀ ਜੀ ਦੇ ਬੰਨ੍ਹ ਕੇ ਉਹਨੂੰ ਜਾ ਕੇ ਜਾਣੀਆਂ, ਇੱਕ ਸੀਟ ਖਾਲੀ ਰੱਖ ਲੈਣੀ, ਵੀ ਉੱਥੇ ਬੱਸ ਦੇ ਵਿੱਚ ਵੀ ਕਿਸੇ ਨੂੰ ਬਹਿ ਨਹੀਂ ਦੇਣਾ, ਨਾਲ ਤੇ ਬਾਪੂ ਦੀ ਟਿਕਟ ਦੀ ਖਰਚੀ ਹੁੰਦੀ ਹੈ। ਤੇ ਸਾਡਾ ਹਾਲ ਕਿੱਥੋਂ ਬਣ ਗਿਆ, ਅਸੀਂ ਕਿਹੜੇ ਕਰਮ ਕਾਂਡਾਂ ਦੇ ਵਿੱਚ ਪੈ ਗਏ। ਗਲਸਤ ਇਹ ਸਾਰੀ ਕਹਾਣੀ ਜਿਹੜੀ ਸੀ ਸਾਨੂੰ ਉਹ ਬਹੁ ਗਿਣਤੀ ਦੇ ਜੀਵਨ ਦੇ ਵਿੱਚੋਂ ਸਾਡੇ ਕੋਲ ਆ ਗਈ। ਅਸੀਂ ਦੇਖਾ ਦੇਖੀ ਜੋ ਲੋਕ ਕਰਦੇ ਸਨ ਅਸੀਂ ਵੀ ਉਹ ਗੱਲ ਕੀਤੀ, ਪਰ ਭਗਤ ਕਬੀਰ ਜੀ ਕਹਿੰਦੇ ਨਹੀਂ ਬਈ ਮੈਂ ਤਾਂ ਕਹੋ ਕਬੀਰ ਮੈਂ ਰਾਮ ਕਹਿ ਛੂਟਿਆ, ਮੈਂ ਤਾਂ ਵਾਹਿਗੁਰੂ ਉਹਦੀ ਯਾਦ ਪਰਮੇਸ਼ਰ ਦੀ, ਬਸ ਮੇਰਾ ਛੁਟਕਾਰਾ ਦਿੰਦਾ ਹੋ ਗਿਆ। ਦੁਨੀਆ ਤਾਂ ਬੰਧਨਾਂ 'ਚ ਬੱਧੀ ਪਈ ਹੈ, ਪਰ ਭਗਤ ਜੀ ਕਹਿੰਦੇ ਮੈਂ ਇਹਨਾਂ ਬੰਧਨਾਂ ਦੇ ਵਿੱਚ ਨਹੀਂ ਬੱਝਿਆ। ਇਹ ਸਿਮਰਤੀ ਦੀ ਛੋਟੀ ਜਿਹੀ ਕਹਾਣੀ ਹੈ ਜਿਹੜੀ ਆਪਾਂ ਨੂੰ ਥੋੜਾ ਜਿਹਾ ਗਿਆਨ ਲਈ ਹੋਣੀ ਚਾਹੀਦੀ ਹੈ। ਗੁਰੂ ਕਾ ਸਿੱਖ ਇਹਨਾਂ ਸਿਮਰਤੀਆਂ ਤੋਂ ਉੱਪਰ ਉੱਠ ਜਾਂਦਾ ਹੈ। ਅੱਗੇ ਲਫ਼ਜ਼ ਹੈ ਵੇਦ। ਵੇਦਾਂ ਦੀ ਗਿਣਤੀ 4 ਹੈ। ਜੇ ਅਸੀਂ ਪੜ੍ਹਦੇ ਹਾਂ ਤਾਂ ਵੇਦ 4 ਹਨ, ਰਿਗਵੇਦ, ਸਾਮਵੇਦ, ਯਜੁਰਵੇਦ, ਅਥਰਵਵੇਦ। ਇਹ 4 ਵੇਦਾਂ ਦੀ ਗਿਣਤੀ ਹੈ ਜਿਹੜੀ ਇਹ ਲਿਖੀ ਹੋਈ ਹੈ, ਸ਼ਾਸਤਰਾਂ ਦੇ ਵਿੱਚ ਲਿਖੀ ਹੈ। ਇਹ ਵੇਦ ਜਿਹੜੇ ਨੇ ਪੁਰਾਤਨ ਰਿਸ਼ੀਆਂ ਦੀਆਂ ਰਚਨਾਵਾਂ ਨੇ। ਵੇਦ ਜਿਹੜੇ ਹਨ ਪੁਰਾਤਨ ਰਿਸ਼ੀਆਂ ਦੀਆਂ ਰਚਨਾਵਾਂ ਨੇ, ਤੇ ਜਿਨ੍ਹਾਂ ਨੂੰ ਸੁਣ ਕੇ ਇਹ ਗੱਲ ਸੀਨੇ ਵਸੀਨੇ ਇਹਨਾਂ ਨੂੰ ਯਾਦ ਕੀਤਾ ਜਾਂਦਾ, ਵੀ ਪੁਰਾਤਨ ਰਿਸ਼ੀਆਂ ਦੇ ਰਚਨਾਵਾਂ ਨੂੰ ਸੀਨੇ ਵਸੀਨੇ ਹੀ ਯਾਦ ਕੀਤਾ ਜਾਂਦਾ ਹੈ ਵੀ ਇਹ ਰਚਨਾਵਾਂ ਪੁਰਾਤਨ ਰਿਸ਼ੀਆਂ ਦੀਆਂ ਹਨ, ਤੇ ਇਹਨਾਂ ਨੂੰ ਸੀਨੇ ਵਸੀਨੇ ਜਿਹੜਾ ਹੈ ਉਹ ਯਾਦ ਕੀਤਾ ਜਾਂਦਾ ਹੈ। ਤੇ ਫਿਰ ਜਿਹੜਾ ਰਿਗਵੇਦ ਹੈ, ਰਿਗਵੇਦ ਵਿੱਚ ਇਹ ਜ਼ਿਆਦਾ ਮੰਤਰ ਅੱਗ ਦੇ, ਇੰਦਰ ਦੇ, ਪਾਣੀ ਦੇ, ਦੇਵਤਿਆਂ ਦੀ ਉਸਤਤੀ ਦੇ ਵਿੱਚ ਹੀ ਲਿਖੇ ਗਏ ਹਨ। ਇਹਨਾਂ ਦੀ ਕੁੱਲ ਗਿਣਤੀ 1028 ਹੈ ਜਿਹੜੇ ਇਹ ਮੰਤਰ ਲਿਖੇ ਗਏ ਹੈ। ਇਹਨਾਂ ਦੀ ਉਸਤਤੀ ਦੇ ਵਿੱਚ ਮੰਤਰ ਜਿਹੜੇ ਹੈ ਇਹ ਲਿਖੇ ਗਏ ਹੈ। ਜਿਹੜਾ ਰਿਗਵੇਦ ਹੈ, ਜ਼ਿਆਦਾ ਮੰਤਰ ਜਿਹੜੇ ਨੇ ਇਹ ਅਗਨੀ ਦੇ, ਇੰਦਰ ਦੇ, ਪਾਣੀ ਦੇ, ਤੇ ਇਹਨਾਂ ਦੇ ਉਦਾਹਰ ਦੇ ਉੱਤੇ ਲਿਖੇ, ਤੇ ਇਹਨਾਂ ਦੀ ਗਿਣਤੀ ਵੀ ਕਾਫੀ ਜ਼ਿਆਦਾ ਹੈ। ਜਿਹੜਾ ਦੂਜਾ ਸਾਮਵੇਦ ਹੈ, ਇਹਦੇ ਦੇ ਕੁੱਲ ਮੰਤਰ ਦੇ 1875 ਮੰਤਰ ਹਨ ਇਸ ਵੇਦ ਦੇ ਵਿੱਚ। ਜਿਹੜਾ ਕੁੱਲ ਵੇਦ ਜਿਹੜਾ ਸਾਮਵੇਦ ਹੈ, ਇਸ ਵੇਦਾਂ 'ਚ ਮੰਤਰਾਂ ਨੂੰ ਗਾਉਣ ਚਿੰਨ੍ਹਾਂ ਦੇ ਨਾਲ ਪੇਸ਼ ਕੀਤਾ ਗਿਆ ਹੈ, ਵੀ ਚਿੰਨ੍ਹਾਂ ਦੇ ਨਾਲ ਇਹਨਾਂ ਨੂੰ ਗਾਉਣਾ। ਇਹ ਸਾਰਾ ਕੁਝ ਇਹਨਾਂ ਮੰਤਰਾਂ ਦੇ ਬਾਰੇ ਇਸ ਵੇਦ 'ਚ ਲਿਖਿਆ ਗਿਆ। ਫਿਰ ਯਜੁਰਵੇਦ ਹੈ, ਇਹ ਵੇਦ ਜਿਹੜਾ ਵਾਰਤਕ ਰੂਪ ਵਿੱਚ ਹੈ, ਵਾਰਤਾ ਰੂਪ ਦੇ ਵਿੱਚ ਹੈ। ਇਹ ਮੰਤਰਾਂ ਦੇ ਉਸ ਤਰ੍ਹਾਂ ਨਹੀਂ ਲਿਖਿਆ ਹੋਇਆ। ਇਹਦੇ ਵਿੱਚ ਜਗ ਕਰਨ ਦੀ, ਹੋਮ ਕਰਨ ਦੀ, ਇਹਦੀ ਜਿਹੜੀ ਵਿਧੀ ਦੱਸੀ ਗਈ ਹੈ। ਹੋਮ ਜਗ ਕਰਨ ਦੀ ਜਿਹੜੀ ਵਿਧੀ ਹੈ ਉਹ ਇਸ ਮੰਤਰ ਵਿੱਚ ਜਗ ਕਿਵੇਂ ਕਰਨੇ ਨੇ। ਜਗ ਆਪ ਜਾਣਦੇ ਹੀ ਹੋ, ਥੋੜਾ ਬਹੁਤਾ ਇਹਦੇ ਬਾਰੇ ਪਤਾ ਹੋਏਗਾ, ਜਦ ਫਿਰ ਕਿਤੇ ਸ਼ਬਦ ਵਿੱਚ ਆਏਗਾ ਤਾਂ ਆਪਾਂ ਵਿਚਾਰ ਕਰਾਂਗੇ। ਆਪਾਂ ਸਿਰਫ ਇੰਨੀ ਗੱਲ ਸਮਝੀਏ ਵੀ ਇਹਦੇ ਵਿੱਚ ਜਗ ਕਰਨ ਦੀ ਵਿਧੀ ਜਿਹੜੀ ਹੈ ਉਹ ਦੱਸੀ ਗਈ ਹੈ। ਤੇ ਜਿਹੜਾ ਅਥਰਵਵੇਦ ਹੈ,
ਇਹਦੇ ਵਿੱਚ ਜਾਦੂ ਟੂਣੇ ਕਰਨ ਦਾ ਤੇ ਇਹ ਮੰਤਰ ਜਿਹੜਾ ਜਾਦੂ ਟੂਣੇ ਦਾ ਮੰਤਰ ਹੈ ਵੀ ਜਾਦੂ ਕਿਵੇਂ ਕਰਨੇ ਆ, ਮੰਤਰ ਕਿਵੇਂ ਕਰਨੇ ਆ, ਟੂਣੇ ਕਿਵੇਂ ਕਰਨੇ ਆ, ਇਹ ਹੈ। ਇਹਦੇ ਕੁੱਲ ਮੰਤਰ 760 ਹੈ। ਜਿਹੜੇ ਜਾਦੂ ਮੰਤਰਾਂ ਦੇ ਜਿਹੜੇ ਮੰਤਰ 760 ਹੈ। ਤੋਂ ਪੁਰਾਤਨ ਬ੍ਰਾਹਮਣੀ ਸਮਾਜ ਦਾ ਨਿਸ਼ਚਾ ਸੀ ਕਿ ਵੇਦ ਜਿਹੜੇ ਆ ਈਸ਼ਵਰੀ ਰਚਨਾ ਹੈ। ਇਹਨਾਂ ਦਾ ਨਿਸ਼ਚਾ ਹੈ ਕਿ ਵੇਦ ਜਿਹੜੇ ਆ ਈਸ਼ਵਰੀ ਰਚਨਾ ਹੈ। ਇਸ ਦਾ ਪਾਠ ਮੁਕਤੀ ਦਾ ਦਾਤਾ ਹੈ। ਇਹ ਮੰਨਦੇ ਨੇ ਵੀ ਇਹਨਾਂ ਦਾ ਪਾਠ ਜਿਹੜਾ ਮੁਕਤੀ ਦਾ ਦਾਤਾ ਹੈ। ਚਲੋ ਉਹਨਾਂ ਦਾ ਧਰਮ ਹੈ, ਉਹਨਾਂ ਨੂੰ ਪ੍ਰਵਾਨ ਹੈ, ਕਿਸੇ ਦੇ ਧਰਮ ਤੇ ਕੋਈ ਕਿੰਤੂ ਪਰੰਤੂ ਨਹੀਂ ਹੈ। ਪਰ ਸਿੱਖ ਜਗਤ ਵਿੱਚ ਇਹ ਗੱਲ ਪ੍ਰਵਾਨ ਨਹੀਂ ਹੈ। ਸਿੱਖ ਜਗਤ ਵਿੱਚ ਇਹ ਗੱਲ ਪ੍ਰਵਾਨ ਨਹੀਂ ਹੈ। ਸਿਰਫ ਇੱਕ ਲਾਈਨ ਨੂੰ ਸਮਝਣ ਲਈ ਆਪਾਂ ਇਹ ਵਿਚਾਰ ਕਰ ਰਹੇ ਹਾਂ ਵੀ ਸਿੱਖ ਜਗਤ ਵਿੱਚ ਇਹ ਗੱਲ ਬਿਲਕੁਲ ਵੀ ਪ੍ਰਵਾਨ ਨਹੀਂ ਹੈ। ਇਹ ਤਾਂ ਸਿੱਖ ਜਗਤ ਵਿੱਚ ਤਾਂ ਇਹ ਗੱਲ ਮੰਨੀ ਗਈ ਹੈ ਕਿ ਵੇਦਕ ਰੀਤਾਂ ਰਸਮਾਂ ਨੂੰ ਬਿਲਕੁਲ ਹੀ ਸਿੱਖ ਜੀਵਨ ਜਾਚ ਵਿੱਚ ਥਾਂ ਹੀ ਨਹੀਂ ਦਿੱਤੀ ਗਈ। ਜਿਹੜੀ ਵੇਦਕ ਰਸਮਾਂ ਰੀਤਾਂ ਹਨ ਸਿੱਖ ਦੇ ਜੀਵਨ ਜਾਚ ਵਿੱਚ ਨੂੰ ਬਿਲਕੁਲ ਹੀ ਥਾਂ ਨਹੀਂ ਦਿੱਤੀ ਗਈ। ਪਰ ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ। ਕਿਹੜੀ ਗੱਲ ਸਮਝ ਆ ਜਾਂਦੀ ਹੈ? ਪਰਮਾਤਮਾ ਦੀ ਬੰਦਗੀ, ਉਹਦੀ ਪਿਆਰ, ਉਹਦੀ ਯਾਦ ਤੋਂ ਬਿਨਾਂ ਹੋਰ ਸਾਰੇ ਹੀ ਕੀਤੇ ਹੋਏ ਕੰਮ ਜਿਹੜੇ ਕਿਰਿਆਵਾਂ ਹਨ ਉਹ ਵਿਅਰਥ ਹਨ। ਜੇ ਪਰਮੇਸ਼ਰ ਦੀ ਯਾਦ ਨਹੀਂ ਆਈ, ਸਾਡੇ ਹਿਰਦੇ 'ਚ ਯਾਦ ਨਹੀਂ ਵਸੀ, ਸਾਡੇ ਹਿਰਦੇ 'ਚ ਪਰਮੇਸ਼ਰ ਦਾ ਭਾਵ ਨਹੀਂ ਵਸਿਆ, ਤਾਂ ਸਤਿਗੁਰੂ ਜੀ ਦੀ ਬਾਣੀ ਵੀ ਇਹ ਗੱਲ ਕਹਿੰਦੀ ਹੈ ਔਰ ਸਿੱਖ ਧਰਮ ਦਾ ਸਿਧਾਂਤ ਵੀ ਇਹੀ ਹੈ ਵੀ ਇਹ ਕਿਰਿਆਵਾਂ ਸਾਰੀਆਂ ਵਿਅਰਥ ਹਨ। ਜਿਹੜੀਆਂ ਦੇਵਤਿਆਂ ਨੂੰ ਖੁਸ਼ ਕਰਨ ਲਈ ਜਪ ਕਰਨੇ, ਤਪ ਕਰਨੇ, ਇੰਦਰੀਆਂ ਨੂੰ ਵਿਕਾਰਾਂ ਵੱਲੋਂ ਰੋਕਣਾ, ਹੱਠ ਯੋਗ ਕਰਨਾ, ਇਹ ਸਾਰੇ ਕਰਮ ਜਿਹੜੇ ਹਨ ਇਹ ਪ੍ਰਮਾਤਮਾ ਦੀ ਹਜ਼ੂਰੀ ਤੋਂ ਪਹਿਲਾਂ ਹੀ ਖੋਲੇ ਜਾਂਦੇ ਹਨ। ਭਾਵ ਉੱਥੇ ਪਹੁੰਚਦੇ ਨਹੀਂ ਸਨ, ਉੱਥੇ ਲੈ ਕੇ ਵੀ ਨਹੀਂ ਜਾਂਦੇ, ਉੱਥੇ ਪਹੁੰਚ ਵੀ ਨਹੀਂ ਸਕਦੇ। ਉਹਦੀ ਹਜ਼ੂਰੀ ਤੋਂ ਪਹਿਲਾਂ ਹੀ ਇਹ ਖੋਲੇ ਜਾਂਦੇ ਹਨ। ਤਾਂ ਮਨੁੱਖ ਵਰਤਾਂ ਦੇ ਸੰਜਮ ਦੇ ਨਿਯਮਾਂ ਵਿੱਚ ਮਸਤ ਰਹਿੰਦਾ ਹੈ, ਪਰ ਇਹਨਾਂ ਦਾ ਕੋਈ ਕੌਡੀ ਜਿੰਨਾ ਮੁੱਲ ਵੀ ਪਰਮੇਸ਼ਰ ਦੇ ਘਰ ਦੇ ਵਿੱਚ ਨਹੀਂ ਪੈਂਦਾ। ਜੋ ਸਿੱਖੀ ਸਿਧਾਂਤ ਇਹ ਗੱਲ ਕਹਿੰਦਾ ਹੈ ਕਿ ਇਹਦਾ ਕੌਡੀ ਜਿੰਨਾ ਮੁੱਲ ਵੀ ਜਿਹੜਾ ਹੈ ਉਹ ਜਿਹੜਾ ਨਹੀਂ ਪੈਂਦਾ। ਤਿਆਗੀ ਬਣ ਕੇ ਅਜਿਹੇ ਕਰਮ ਕਰਕੇ ਉਹ ਕੇਵਲ ਲੋਕਾਂ ਦੀ ਨਜ਼ਰ ਵਿੱਚ ਤਾਂ ਧਰਮੀ ਬਣ ਸਕਦਾ ਹੈ। ਇਹਨਾਂ ਨੂੰ ਕਰਕੇ ਇਹੋ ਜਿਹੇ ਕਰਮ ਕਰਕੇ ਲੋਕਾਂ ਦੀ ਨਜ਼ਰ ਵਿੱਚ ਧਰਮੀ ਬਣ ਸਕਦਾ ਹੈ। ਪਰ ਜੇ ਕੋਈ ਮਨੁੱਖ ਚਾਹੇ ਭਾਵੇਂ ਉਹ 4 ਵੇਦਾਂ ਦਾ ਵੀ ਗਿਆਤਾ ਕਿਉਂ ਨਾ ਹੋ ਜਾਏ, ਚਾਰੇ ਵੇਦ ਜਵਾਨੀ ਵੀ ਯਾਦ ਕਿਉਂ ਨਾ ਕਰ ਲਏ ਜਾਣ, ਪ੍ਰਭੂ ਦੇ ਨਾਮ ਤੋਂ ਬਿਨਾਂ ਉਹਦੇ ਪੱਲੇ ਖੁਆਰੀ ਹੀ ਪੈਂਦੀ ਹੈ। ਜੇ ਨਾਮ ਦੇ ਨਾਲ ਸੁਰਤ ਨਹੀਂ ਜੁੜੀ, ਸਾਡੀ ਯਾਦ ਨਹੀਂ ਵਸੀ, ਤਾਂ ਸਾਹਿਬ ਜੀ ਦੀ ਬਾਣੀ ਕਹਿੰਦੀ ਹੈ ਵੀ ਉਹਦੇ ਪੱਲੇ ਖੁਆਰੀ ਪੈਂਦੀ ਹੈ। ਤੇ ਇਹ ਗੌੜੀ ਰਾਗ ਦੇ ਵਿੱਚ ਗੌੜੀ ਮਾਲਾ ਸਿਰਲੇਖ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦਾ ਇੱਕ ਬਚਨ ਆਉਂਦਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਕ 216 ਦੇ ਉੱਤੇ ਸੁਸ਼ੋਭਿਤ ਹੈ। ਤਾਂ ਸਤਿਗੁਰ ਦਾ ਬਚਨ ਕੀ ਹੈ? ਹਰ ਬਿਨ ਅਵਰ ਕਿਰਿਆ ਬਿਰਥੇ। ਪਰਮੇਸ਼ਰ ਦੀ ਬੰਦਗੀ ਤੋਂ ਬਿਨਾਂ ਸਾਰੇ ਕੰਮ ਜਿਹੜੇ ਹਨ ਉਹ ਵਿਅਰਥ ਹਨ। ਜਪ, ਤਪ, ਸੰਜਮ, ਕਰਮ ਕਮਾਣੇ, ਇਹ ਉਰਾ ਮੁੱਸੇ। ਮੂਸੇ ਦਾ ਅਰਥ ਠੱਗੇ ਜਾਂਦੇ ਹਨ। ਵੀ ਜਪ, ਤਪ, ਇਹ ਸਾਰੇ ਜਿਹੜੇ ਕਰਮ ਨੇ ਜਿਨ੍ਹਾਂ ਦੇ ਧਰਮ ਦੇ ਨਾਂ ਦੇ ਉੱਤੇ ਕੀਤਾ ਜਾਂਦਾ ਹੈ, ਇਹ ਸਾਰੇ ਹੀ ਪਹਿਲਾਂ ਹੀ ਠੱਗ ਲਏ ਜਾਂਦੇ ਹਨ। ਵਰਤ ਨੇਮ ਸੰਜਮ ਮੈਂ ਰਹਿਤਾ, ਤਿਨਕਾ ਆੜ ਨ ਪਾਇਆ। ਹੁਣ ਦੇਖੋ ਗੁਰੂ ਪਾਤਸ਼ਾਹ ਜੀ ਕਹਿੰਦੇ ਕਿ ਗੁਰੂ ਅਨੁਸਾਰੀ ਨੂੰ ਇਹ ਗੱਲ ਸਾਰੀ ਸਮਝ ਆ ਜਾਂਦੀ ਹੈ। ਉਹ ਕਹਿੰਦੇ ਇਹ ਵਰਤ ਨੇਮ ਕੌਡੀ ਜਿੰਨਾ ਇਹਨਾਂ ਦਾ ਮੁੱਲ ਨਹੀਂ ਪੈਂਦਾ। ਇਹਨਾਂ ਦਾ ਕਹਿੰਦੇ ਅੱਗੇ ਕੀ ਹੈ? ਆਗੇ ਚਲਨ ਔਰ ਹੈ ਭਾਈ, ਉਹਾਂ ਕਾਮ ਨਾ ਆਇਆ। ਉਹ ਪਿਆਰਿਆ ਉੱਥੇ ਕੰਮ ਨਹੀਂ ਆਉਣੇ, ਉੱਥੇ ਤਾਂ ਗੱਲਾਂ ਹੀ ਹੋਰ ਕੰਮ ਆਉਣੀਆਂ ਨੇ। ਇਹਨਾਂ ਚੀਜ਼ਾਂ ਦੀ ਕੋਈ ਵੈਲਿਊ ਨਹੀਂ ਹੈ, ਇਹਨਾਂ ਚੀਜ਼ਾਂ ਦੀ ਕੋਈ ਕੀਮਤ ਨਹੀਂ ਹੈ। ਤੀਰਥ ਨਹਾਏ ਅਰ ਧਰਤੀ ਭਰਮਣਾ, ਆਗੇ ਠੌਰ ਨਾ ਪਾਵੇ। ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ ਭਾਵੇਂ ਤੀਰਥਾਂ ਤੇ ਲੱਖ ਇਸ਼ਨਾਨ ਕਰ ਲਵੇ, ਧਰਤੀ ਦਾ ਭਰਮਣ ਕਰ ਲਵੇ। ਜੋਗੀਓ ਗੱਲ ਸਮਝੋ, ਤੁਸੀਂ ਧਰਤੀ ਦੇ ਭਰਮਣ ਨੂੰ ਹੀ ਧਰਮ ਸਮਝੀ ਬੈਠੇ ਹੋ। ਧਰਤੀ ਦਾ ਭਰਮ ਵੀ ਕਰੀ ਜਾਏ, ਲੱਖ ਯਤਨ ਵੀ ਕਰੀ ਜਾਏ, ਲੱਖ ਤੀਰਥਾਂ ਦਾ ਇਸ਼ਨਾਨ ਵੀ ਕਰੀ ਜਾਏ, ਕਹਿੰਦੇ ਨੇ ਪਰ ਪਰਮੇਸ਼ਰ ਦੇ ਘਰ ਦੇ ਵਿੱਚ ਉਹਾਂ ਕਾਮ ਨਾ ਆਵੇ। ਇਹ ਬਿਦ ਉਹ ਲੋਗਣ ਹੀ ਪਤਿਆਏ। ਲੋਕਾਂ ਨੂੰ ਤਾਂ ਪਤਿਆਲ ਹੋ ਗਏ, ਰੱਬ ਨਿਆਣਾ ਬੱਚਾ ਥੋੜੀ ਹੈ ਤੁਹਾਡੀਆਂ ਗੱਲਾਂ ਚ ਆ ਜਾਏਗਾ। ਉੱਥੇ ਕੰਮ ਨਹੀਂ ਹੋਣੀਆਂ ਚੀਜ਼ਾਂ, ਉੱਥੇ ਤੁਹਾਨੂੰ ਨਾ ਇਹਨਾਂ ਨੇ ਕੋਈ ਲਾਭ ਦੇਣਾ ਹੈ। ਪਰਮੇਸ਼ਰ ਦੇ ਘਰ ਵਿੱਚ ਤਾਂ ਸੱਚ ਦਾ ਨਿਬੇੜਾ ਹੁੰਦਾ ਹੈ, ਕਿਉਂਕਿ ਉਹ ਆਪ ਸਚਿਆਰ ਹੈ, ਆਪ ਸੱਚ ਹੈ, ਤੇ ਉਹਦੇ ਘਰ ਵਿੱਚ ਨਿਬੇੜਾ ਜਿਹੜਾ ਹੈ ਸਾਡੀ ਕਰਨੀ ਦੇ ਉੱਤੇ ਹੋਣਾ। ਕੀਤਾ ਕੀ ਹੈ? ਕੇਵਲ ਕਰਮ ਕਰਨ ਦੇ ਨਾਲ ਨਹੀਂ ਹੋਣਾ। ਫਿਰ ਅੱਗੇ ਕਹਿੰਦੇ ਚਤੁਰ ਵੇਦ ਮੁਖ ਬਚਣੀ ਉਚਰੇ, ਚਾਰੇ ਵੇਦ ਜ਼ਬਾਨੀ ਮੂੰਹ ਤੋਂ ਗਾ ਲਵੇ।
ਜਿਵੇਂ ਅਸੀਂ ਕਹੀਏ ਜੀ ਸਾਨੂੰ ਤਾਂ ਪੂਰਾ ਗੁਰੂ ਗ੍ਰੰਥ ਸਾਹਿਬ ਯਾਦ ਹੈ। ਹੁਣ ਯਾਦ ਕਰਨਾ ਹੋਰ ਕਿਰਿਆ ਹੈ, ਚੰਗੀ ਗੱਲ ਹੈ, ਯਾਦ ਹੋਣਾ ਹੋ ਗਿਆ, ਬਹੁਤ ਮੁਬਾਰਕ ਹੈ। ਪਰ ਕੀ ਇੱਕ ਓਂਕਾਰ ਦੇ ਅਰਥ ਨੂੰ ਸਮਝ ਲਿਆ ਕਿ ਇੰਨੀ ਕਿ ਸਾਨੂੰ ਸਮਝ ਆ ਗਈ? ਯਾਦ ਕਰ ਲੈਣਾ ਤੇ ਯਾਦ ਨੂੰ ਅਮਲ ਵਿੱਚ ਲਿਆਉਣ ਵਿੱਚ ਬਹੁਤ ਵੱਡਾ ਫਰਕ ਹੈ। ਅਸਲ ਵਿੱਚ ਜੇ ਯਾਦ ਹੀ ਸਾਡੇ ਰਹਿ ਗਈ ਤੇ ਸਾਡੇ ਅਮਲ ਵਿੱਚ ਨਾ ਆਇਆ, ਸਾਡੇ ਪ੍ਰੈਕਟੀਕਲ ਲਾਈਫ ਵਿੱਚ ਉਹ ਚੀਜ਼ਾਂ ਨਹੀਂ ਆਈਆਂ, ਤਾਂ ਫਿਰ ਇਹਨਾਂ ਧਾਰਮਿਕ ਗ੍ਰੰਥਾਂ ਨੂੰ ਯਾਦ ਕਰਨ ਦਾ ਵੀ ਕੀ ਫਾਇਦਾ? ਇਹੋ ਹੀ ਗੱਲ ਗੁਰੂ ਪਾਤਸ਼ਾਹ ਜੀ ਨੇ ਉੱਥੇ ਉਸ ਵੇਲੇ ਸਮਝਾਈ ਲੋਕਾਂ ਨੂੰ ਵੀ ਭਾਵੇਂ 4 ਵੇਦ ਉਹਨੂੰ ਆਉਂਦੇ ਹੋਣ, ਉਹ ਜ਼ੁਬਾਨ ਤੋਂ ਆਪਣੀ ਮੂੰਹ ਤੋਂ ਜ਼ੁਬਾਨੀ ਬਰਾ ਦੇਵੇ, ਅੱਗੇ ਮੈਲ ਨਾ ਪਾਈ। ਉਸ ਤਰੀਕੇ ਦੇ ਨਾਲ ਨੂੰ ਟਿਕਾਣਾ ਨਹੀਂ ਮਿਲ ਸਕਦਾ। ਦੂਜੇ ਨਾਈ ਏਕ ਸੁਦਾਖਰ, ਵੀ ਇੱਕ ਮਾਲਕ ਪਰਮੇਸ਼ਰ ਨੂੰ ਤਾਂ ਬੁੱਝਿਆ ਹੀ ਨਹੀਂ। ਕਹਿੰਦੇ ਨੇ ਉਹ ਸਗਲੀ ਝਾਕ ਚ ਖਾਈਏ, ਤਾਂ ਝੱਕ ਮਾਰਨ ਦੀਆਂ ਗੱਲਾਂ ਨੇ। ਝੱਕ ਮਾਰਦੇ ਨਾ, ਅਸੀਂ ਐਵੇਂ ਝੱਕ ਮਾਰੀ ਜਾਂਦੇ, ਆਮ ਬੋਲੀ ਚ ਅਸੀਂ ਵਰਤਦੇ ਹਾਂ, ਤੂੰ ਐਵੇਂ ਕੋਈ ਝੱਕ ਮਾਰੀ ਜਾਂਦੇ, ਚੋਂ ਕੋਈ ਨਿਕਲਣਾ, ਇਹ ਚੀਜ਼ ਵਿੱਚ ਕੁਝ ਮਿਲਣਾ, ਇਹ ਗੱਲ ਅਸੀਂ ਆਮ ਕਹਿੰਦੇ, ਭਾਵੇਂ ਫਜ਼ੂਲ ਦੀਆਂ ਗੱਲਾਂ ਤੂੰ ਕਰੀ ਜਾਂਦਾ, ਆਪਣਾ ਸਮਾਂ ਬਰਬਾਦ ਕਰ ਰਿਹਾ। ਤੋ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ, ਨਾਨਕ ਕਹਿ ਤੋ ਇਹ ਵਿਚਾਰਾ। ਗੁਰੂ ਨਾਨਕ ਅਰਜਨ ਦੇਵ ਪਾਤਸ਼ਾਹ ਕਹਿੰਦੇ, ਮੈਂ ਤੱਤ ਦੀ ਗੱਲ ਇਹ ਹੈ, ਜੇ ਕਮਾਵੇ ਸੋ ਪਾਰ ਗ੍ਰਾਮੀ, ਵੀ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਕਮਾਵੇਗਾ ਕਿਹੜਾ? ਗੁਰ ਸੇਵੋ ਅਰ ਨਾਮ ਧਿਆਵੋ, ਤਿਆਗੋ ਮਨੋ ਗੁਮਾਨੀ। ਮਨ ਵਿੱਚੋਂ ਹੰਕਾਰ ਦਾ ਲਾ ਕੇ ਪੜਦਾ ਤੇ ਇਹਨਾਂ ਨੂੰ ਤਿਆਗੋ, ਮਨ ਤੋਂ ਹੰਕਾਰ ਛੱਡੋ, ਤੇ ਫਿਰ ਇਹ ਕੰਮ ਤੇ ਪਰਮੇਸ਼ਰ ਦੇ ਦਰ ਤੇ ਜਾ ਕੇ ਇਹ ਚੀਜ਼ਾਂ ਕੰਮ ਆਉਣੀਆਂ ਨੇ। ਤੋ ਜਿਹੜਾ ਗੁਰੂ ਅਨੁਸਾਰੀ ਹੋ ਜਾਂਦਾ ਹੈ, ਉਹਨੂੰ ਇਹ ਗੱਲ ਸਾਰੀ ਸਮਝ ਆ ਜਾਂਦੀ ਹੈ ਵੀ ਵਾਹਿਗੁਰੂ ਦੀ ਬੰਦਗੀ ਹੀ ਸਾਡੇ ਲਈ ਵੇਦ ਹੈ, ਵਾਹਿਗੁਰੂ ਦੀ ਬੰਦਗੀ ਹੀ ਸਾਡੇ ਲਈ ਸ਼ਾਸਤਰ ਹੈ, ਵਾਹਿਗੁਰੂ ਦੀ ਬੰਦਗੀ ਸਾਡੀਆਂ ਸਿਮਰਤੀਆਂ ਹਨ। ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ, ਨਾਮ ਹਮਾਰੇ ਵੇਦ ਅਰਨਾਦ। ਉਹ ਫਿਰ ਸਿੰਘੀਆਂ ਨਹੀਂ ਵਜਾਉਂਦਾ ਫਿਰਦਾ, ਜਿਵੇਂ ਜੋਗੀ ਤੁਸੀਂ ਸਿੰਘੀਆਂ ਵਜਾਉਂਦੇ ਹੋ ਨਾ, ਉਹ ਉਹਨਾਂ ਦੀ ਸਿੰਘੀ ਨਾਮ ਹੈ, ਉਹ ਪਰਮੇਸ਼ਰ ਦੀ ਯਾਦ ਹੀ ਉਹਨਾਂ ਦੀ ਸਿੰਘੀ ਹੈ। ਵੇਦ ਵੀ ਉਹਨਾਂ, ਵਾਹਿਗੁਰੂ ਦੀ ਬੰਦਗੀ ਉਹਨਾਂ ਦੀ ਵੇਦ ਹਨ। ਭਾਵ ਗੁਰੂ ਪਾਤਸ਼ਾਹ ਜੀ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਦਾ ਭੈਰੋ ਨਾਨਕ ਦਾ ਬਚਨ ਹੈ, ਕਹਿੰਦੇ ਨਾਮ ਹਮਾਰੇ ਵੇਦ ਅਰਨਾਦ, ਨਾਮ ਹਮਾਰੇ ਪੂਰੇ ਕਾਜ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ। ਤੇ ਅਸੀਂ ਗੁਰੂ ਦੀ ਸੇਵਾ ਹੀ ਸਾਡੇ ਲਈ ਨਾਮ ਹੈ, ਉਹੀ ਨਾਮ ਜਪਣਾ ਹੈ। ਫਿਰ ਕਹਿੰਦੇ ਨੇ ਗੁਰ ਪੂਰੇ ਦਿੜਿਓ ਹਰ ਨਾਮ, ਸਭ ਤੇ ਉੱਤਮ ਹਰ ਹਰ ਕਾਮ, ਨਾਮ ਹਮਾਰੇ ਮਜਨ ਇਸ਼ਨਾਨ, ਨਾਮ ਹਮਾਰੇ ਪੂਰਨ ਦਾਨ। ਹੁਣ ਜਿਹੜੀ ਕੱਲ ਦੀ ਵੀ ਗੱਲ ਆਪਾਂ ਪੜ੍ਹੀ ਸੀ, ਕਹਿੰਦੇ ਨਾਮ ਹੀ ਸਾਡਾ ਇਸ਼ਨਾਨ ਹੈ, ਨਾਮ ਹੀ ਸਾਡਾ ਦਾਨ ਹੈ। ਜਿਹੜੀ ਗੱਲ ਆਪਾਂ ਕੱਲ ਦੀ ਪੌੜੀ ਚ ਵੀ ਪੜ੍ਹੀ ਹੈ, ਉਹ ਤੇ ਸਤਿਗੁਰੂ ਜੀ ਨੇ ਹੋਰ ਸਾਨੂੰ ਸਟੈਂਪਿੰਗ ਮੋਹਰ ਲਾ ਕੇ ਸਾਨੂੰ ਗੱਲ ਸਪਸ਼ਟ ਕਰ ਦਿੱਤੀ ਕਿ ਵਾਹਿਗੁਰੂ ਦੀ ਬੰਦਗੀ ਹੀ ਨਾਮ ਹੈ, ਵਾਹਿਗੁਰੂ ਦਾ ਨਾਮ ਹੀ ਇਸ਼ਨਾਨ ਹੈ। ਤੋ ਇਹ ਗੱਲ ਸਾਨੂੰ ਗੁਰੂ ਪਾਤਸ਼ਾਹ ਜੀ ਨੇ ਸਮਝਾਤੀ। ਕਹਿੰਦੇ ਨਾਮ ਲੈ ਤੇ ਸਗਲ ਪਵੀਤ, ਜਿਹੜੇ ਇਸ ਬੰਦਗੀ ਕਰਦੇ ਨੇ, ਨਾਮ ਜਪਦੇ ਨੇ, ਉਹ ਪਵਿੱਤਰ ਜੀਵਨ ਵਾਲੇ ਬਣ ਜਾਂਦੇ ਹਨ। ਨਾਮ ਜਪਤ ਮੇਰੇ ਭਾਈ ਮੀਤ, ਮੇਰੇ ਮਿੱਤਰ ਭਰਾ ਵੀ ਉਹੀ ਨੇ ਜਿਹੜੇ ਨਾਮ ਜਪਦੇ ਹਨ। ਨਾਮ ਹਮਾਰੇ ਸੋਨ ਸੰਜੋਗ, ਨਾਮ ਹਮਾਰੇ ਤ੍ਰਿਪਤ ਸੁਭੋਗ। ਭਾਵ ਸਾਡੇ ਸ਼ਾਸਤਰ, ਸਾਡੇ ਸਗਨ ਅਪਸਗਨ, ਇਹ ਸਾਰੇ ਨਾਮ ਹਨ। ਅਸੀਂ ਸਗਨ ਅਪਸਗਨ ਨਹੀਂ ਮੰਨਦੇ, ਸਾਨੂੰ ਸਗਨ ਅਪਸਗਨਾਂ ਦੀ ਫਿਲਾਸਫੀ ਨਹੀਂ ਆਉਂਦੀ, ਇਹ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਨੇ। ਪਰ ਅਸੀਂ ਤਾਂ ਹਰ ਕੰਮ ਹੀ ਸਗਨ ਵਿੱਚ ਸ਼ੁਰੂ ਕਰਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਸਾਰਾ ਕੰਮ ਹੀ ਸਗਨਾਂ ਤੋਂ ਸ਼ੁਰੂ ਹੁੰਦਾ। ਅਪਸਗਨ ਨਾ ਹੋ ਜਾਏ, ਕਿਆ ਨਾ ਕੰਮ ਰਹਿ ਜਾਏ, ਕਿਤੇ ਕੱਚੀ ਲੱਸੀ ਚ ਪੈਰ ਪਾਉਣਾ ਨਾ ਰਹਿ ਜਾਏ, ਕਿਤੇ ਫਲਾਣਾ ਕੰਮ ਨਾ ਰਹਿ ਜਾਏ। ਸਾਡੀ ਤਾਂ ਸਾਰੀ ਫਿਲਾਸਫੀ ਸਾਡੇ ਜੀਵਨ ਚ ਚਲਾ ਕਿੱਥੇ ਗਿਆ। ਪਰ ਜਿਹੜੇ ਗੁਰੂ ਅਨੁਸਾਰੀ ਹੋ ਜਾਂਦੇ ਨੇ, ਗੁਰੂ ਦੇ ਮਾਰਗ ਤੇ ਚੱਲ ਪੈਂਦੇ ਹਨ, ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਗੁਰਮੁਖ ਸ਼ਾਸਤਰ ਸਿਮਰਤ ਵੇਦ ਇਹਨਾਂ ਤੋਂ ਉੱਪਰ ਉੱਠ ਜਾਂਦਾ। ਉਹਨਾਂ ਨੂੰ ਇਸ ਗਿਆਨ ਦੀ ਲੋੜ ਨਹੀਂ, ਉਹਨੂੰ ਆਪਣੇ ਆਪ ਸੁਤੇ ਸਿੱਧ ਇਹਨਾਂ ਦੇ ਗਿਆਨ ਜਿਹੜੇ ਨੇ ਉਹ ਹੋਏ ਹੁੰਦੇ, ਉਹਨੂੰ ਪਤਾ ਇਹਨਾਂ ਚ ਕੀ ਲਿਖਿਆ ਹੋਇਆ, ਇਹ ਗੱਲ ਉਹਨੂੰ ਸਮਝ ਆ ਜਾਂਦੀ ਹੈ। ਭਾਵ ਮਾਨੋ ਸ਼ਾਸਤਰ ਸਿਮਰਤੀਆਂ ਦਾ ਗਿਆਨ ਉਹਨੂੰ ਆਪਣੇ ਆਪ ਹੀ ਹੋਇਆ ਹੈ, ਉਹ ਇਹ ਗੱਲ ਜਾਣਦਾ ਹੈ। ਗੁਰਮੁਖ ਸ਼ਾਸਤਰ ਸਿਮਰਤ ਵੇਦ, ਗੁਰਮੁਖ ਪਾਵੈ ਘਟ ਘਟ ਭੇਦ। ਪਹਿਲੀ ਗੱਲ ਆਪਾਂ ਸਮਝ ਲਈ ਵੀ ਗੁਰੂ ਦੇ ਹੁਕਮ ਵਿੱਚ ਤੁਰਨਾ ਹੀ ਗੁਰਮੁਖ ਲਈ ਵੇਦਾਂ ਤੇ ਸ਼ਾਸਤਰੀਆਂ ਦੇ ਸਿਮਰਤਿਆਂ ਦਾ ਗਿਆਨ ਹੈ। ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਹੀ ਨਹੀਂ ਪੈਂਦੀ, ਉਹ ਇਹਨਾਂ ਦੇ ਹੁਕਮ ਵਿੱਚ ਤੁਰਨਾ ਹੀ ਸਭ ਕੁਝ ਸਮਝ ਲੈਂਦਾ। ਫਿਰ ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ, ਗੁਰਮੁਖ ਪਾਵੇ ਘਟ ਘਟ ਭੇਦ। ਭੇਦ ਦਾ ਅਰਥ ਹੈ
ਆਪਾਂ ਕਹਿੰਦੇ ਭੇਦ ਭਰੀ ਗੱਲ, ਭਾਵੇਂ ਲੁਕੀ ਰਮਜ਼ ਦੀ ਗੱਲ, ਅਸਲ ਗੱਲ ਜਿਹੜੀ ਹੈ, ਜਿਹੜੀ ਗੱਲ ਸਾਹਮਣੇ ਨਹੀਂ ਸੀ, ਉਹਨੂੰ ਭੇਦ ਭਰੀ ਗੱਲ ਅਸੀਂ ਆਪਾਂ ਆਮ ਲਫ਼ਜ਼ ਵਰਤਦੇ ਹਾਂ। ਇਹਦਾ ਭੇਦ ਰੱਖਣਾ, ਭੇਦ ਦਾ ਮਤਲਬ ਕੋਈ ਗੱਲ ਛੁਪਾ ਕੇ ਰੱਖੇ, ਭਾਵ ਉਹਨੂੰ ਛੁਪੀ ਹੋਈ ਗੱਲ ਸਮਝ ਆ ਜਾਂਦੀ ਹੈ, ਰਮਜ਼ ਦੀ ਗੱਲ ਉਹਨੂੰ ਸਮਝ ਆ ਜਾਂਦੀ ਹੈ। ਛੋਟੇ ਛੋਟੇ ਅੱਖਰਾਂ ਵਿੱਚ ਗੁਰੂ ਪਾਤਸ਼ਾਹ ਨੇ ਬੜੀ ਡੂੰਘੀਆਂ ਵਿਚਾਰਾਂ ਸਾਡੇ ਸਾਹਮਣੇ ਰੱਖੀਆਂ ਨੇ। ਇੱਕ ਅੱਖਰ ਹੈ ਤੇ ਭੇਦ ਦੇ ਬਾਰੇ ਹੁਣ ਗੁਰੂ ਪਾਤਸ਼ਾਹ ਜੀ ਸਾਨੂੰ ਕਿੰਨੀ ਗੱਲ ਸਮਝਾਤੀ। ਜਿਹੜੇ ਗੁਰੂ ਸਾਰੇ ਹੁੰਦੇ ਨੇ, ਗੁਰੂ ਦੇ ਸ਼ਰਨ ਵਿੱਚ ਪੈ ਜਾਂਦੇ ਹਨ, ਉਹਨਾਂ ਨੂੰ ਗੁਰੂ ਪਾਤਸ਼ਾਹ ਜੀ ਸਾਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਨੇ, ਉਹਨਾਂ ਨੂੰ ਇਹ ਭੇਦ ਸਮਝ ਆ ਜਾਂਦਾ ਹੈ ਵੀ ਪਰਮੇਸ਼ਰ ਹਰ ਥਾਂ ਦੇ ਉੱਤੇ ਸਰਵ ਵਿਆਪਕ ਹੈ। ਉਹਨਾਂ ਨੂੰ ਇਹ ਭੇਦ ਸਮਝ ਆ ਜਾਂਦਾ, ਉਹਨਾਂ ਨੂੰ ਗਿਆਨ ਦੀ ਸਮਝ ਆ ਜਾਂਦੀ ਹੈ, ਪਰਮੇਸ਼ਰ ਦੀ ਵਿਸ਼ਾਲਤਾ ਦੀ ਸਮਝ ਆ ਜਾਂਦੀ ਹੈ, ਪਰਮੇਸ਼ਰ ਦੇ ਸਾਰੀ ਜਗ੍ਹਾ ਤੇ ਵਸੇ ਹੋਏ ਦੀ ਗੱਲ ਸਮਝ ਆ ਜਾਂਦੀ ਹੈ। ਇਹਨਾਂ ਨੂੰ ਜਿਹੜੇ ਗੁਰੂ ਅਨੁਸਾਰੇ ਹਨ, ਉਹਨਾਂ ਨੂੰ ਸਮਝ ਆ ਜਾਂਦੀ ਹੈ, ਘਟ ਘਟ ਮੈਂ ਹਰ ਜੂ ਬਸੇ ਸੰਤਨ ਕਿਹੋ ਪੁਕਾਰ, ਹਰ ਜਗ੍ਹਾ ਤੇ ਪਰਮੇਸ਼ਰ ਆ ਵਸਦਾ ਹੈ। ਉਹਨਾਂ ਨੂੰ ਇਹ ਗੱਲ ਜਿਹੜੀ ਹੈ ਇਹ ਸਮਝ ਆ ਜਾਂਦੀ ਹੈ। ਇਹ ਗੱਲ ਐਵੇਂ ਨਹੀਂ ਸਮਝ ਨਹੀਂ ਆਉਂਦੀ, ਉਹਨਾਂ ਨੂੰ ਇਹ ਗੱਲ ਸਮਝ ਆਉਂਦੀ ਹੈ। ਗੁਰੂ ਅਰਜਨ ਦੇ ਬਾਦਸ਼ਾਹ ਜੀ ਦਾ ਇੱਕ ਸਵਈਆ ਹੁੰਦਾ ਹੈ ਤੇ ਆਪਣੇ ਗੁਰੂ ਪਾਤਸ਼ਾਹ ਜੀ ਦਾ, ਉਹ ਕਹਿੰਦੇ ਨੇ ਉਹਨਾਂ ਨੂੰ ਇਹ ਗੱਲ ਸਮਝ ਆ ਜਾਂਦੀ ਹੈ, ਜਗਤ ਦਾ ਮੁੱਢ ਪਰਮੇਸ਼ਰ ਹੈ, ਉਹ ਸਰਵ ਵਿਆਪਕ ਆਪ ਪਰਮੇਸ਼ਰ ਹੈ, ਉਹ ਕਾਰਨ ਕਰਨ ਆਪ ਪਰਮੇਸ਼ਰ ਹੈ, ਉਹ ਸਭ ਆਪੇ ਹੀ ਆਪ ਹੈ, ਔਰ ਸਾਰਿਆਂ ਦੇ ਵਿੱਚ ਉਹ ਰਵਿਆ ਹੋਇਆ ਹੈ, ਸਾਮ ਥਾਈ ਉਹ ਵਸਿਆ ਹੋਇਆ ਹੈ। ਉਹਨੂੰ ਅਸਲੀ ਗੁੱਝਾ ਭੇਦ ਸਮਝ ਆ ਜਾਂਦੀ ਹੈ। ਉਹ ਸਾਰੇ ਘਟਾਂ ਵਿੱਚ ਹੈ, ਉਹ ਤਾਂ ਸਾਰੇ ਜਗਤ ਵਿੱਚ ਹੈ। ਕਹਿੰਦੇ ਨੇ ਉਹਦੀ ਗਤ ਨੂੰ ਕੌਣ ਜਾਣ ਸਕਦਾ ਹੈ, ਉਹਦੇ ਬਾਰੇ ਕੌਣ ਅੰਦਾਜ਼ੇ ਲਾ ਸਕਦਾ ਹੈ, ਕੌਣ ਉਹਦੀਆਂ ਕਹਾਣੀਆਂ ਕਹਿ ਸਕਦਾ ਹੈ, ਉਹਦੀ ਸ਼ਕਲ ਨੂੰ ਕੌਣ ਦੱਸ ਸਕਦਾ। ਭਾਵ ਉਹ ਬਹੁਤ ਬੇਅੰਤ ਹੈ, ਉਹਨੂੰ ਉਹਦੀ ਬੇਅੰਤਤਾ ਦੀ ਗੱਲ ਜਿਹੜੀ ਆ ਸਮਝ ਆ ਜਾਂਦੀ ਹੈ। ਬਸ ਇੰਨੀ ਗੱਲ ਕਹਿ ਸਕਦੇ ਹਾਂ ਕਿ ਉਹ ਵਾਹਿਗੁਰੂ ਸਾਰਿਆਂ ਦੀ ਰੱਖਿਆ ਕਰਦਾ ਹੈ, ਵਾਹਿਗੁਰੂ ਸਾਰਿਆਂ ਦੀ ਪੱਤ ਵੀ ਰੱਖਦਾ ਹੈ। ਜਿਹੜੇ ਉਹਦੀ ਸ਼ਰਨ ਵਿੱਚ ਪੈਂਦੇ ਨੇ, ਜਿਹੜੇ ਗੁਰੂ ਅਨੁਸਾਰੀ ਹੁੰਦੇ ਨੇ, ਕਹਿੰਦੇ ਨੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ, ਵਾਹਿਗੁਰੂ ਉਹਨਾਂ ਦੀ ਪੱਤ ਵੀ ਆਪ ਰੱਖਦਾ ਹੈ। ਕਿਆ ਕਮਾਲ ਦੇ ਬਚਨ ਗੁਰੂ ਸਾਹਿਬ ਜੀ ਕਹਿੰਦੇ ਨੇ, ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਆਦ ਪੁਰਖ ਕਰਤਾਰ ਕਰਨ ਕਾਰਨ ਸਭ ਆਪੇ, ਜੋ ਕਰਨ ਕਾਰਨ ਆਪੇ ਪਰਮੇਸ਼ਰ ਆਪ ਹੀ ਹੈ। ਸਰਬ ਰਹੋ ਭਰਪੂਰ ਸਗਲ ਘਟ ਰਹੋ ਵਿਆਪੇ, ਸਾਰੀ ਜਗ੍ਹਾ ਤੇ ਭਰਪੂਰ ਹੈ। ਹੁਣ ਦੇਖੋ ਇਹ ਗੱਲ ਬੜੀ ਵੱਡੀ ਗੱਲ ਹੈ, ਵਿਸ਼ਾਲ ਗੱਲ ਹੈ। ਅਸੀਂ ਪਰਮੇਸ਼ਰ ਦੀ ਹੋਂਦ ਮੰਨਣ ਤੋਂ ਇਨਕਾਰੀ ਹੋ ਗਏ, ਅਸੀਂ ਉਹਦੀ ਹੋਂਦ ਹੀ ਨਹੀਂ ਮੰਨਦੇ। ਪਰਮੇਸ਼ਰ ਦੀ ਹੋਂਦ ਵੀ ਸਾਨੂੰ ਮੰਨਣ ਤੋਂ ਅੱਜ ਅਸੀਂ ਔਖੇ ਹੋਏ। ਬਸ ਕੁਦਰਤ ਹੀ ਸਭ ਕੁਛ ਹੈ, ਕੁਦਰਤ ਹੀ ਸਭ ਕੁਛ ਹੈ। ਕੁਦਰਤ ਤਾਂ ਉਹਦੀ ਬਣਾਈ ਹੋਈ ਕਾਦਰ ਦੀ ਰਚਨਾ ਹੈ, ਕੁਦਰਤ ਉਹਦੀ ਕਾਦਰ ਦੀ ਰਚਨਾ ਹੈ। ਕੁਦਰਤ ਤੋਂ ਉੱਪਰ ਹੈ, ਕੁਦਰਤ ਵਿੱਚ ਵਸ ਰਿਹਾ ਹੈ, ਵਿਆਪਕ ਹੈ, ਆਪਣੀ ਰਚਨਾ ਨੂੰ ਦੇਖਦਾ ਹੈ, ਆਪਣੇ ਤਮਾਸ਼ੇ ਨੂੰ ਦੇਖਦਾ ਹੈ, ਆਪਣੀ ਖੇਡ ਨੂੰ ਦੇਖਦਾ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਇਹ ਭੇਦ ਕਹਿੰਦੇ ਸਮਝ ਕਿੱਥੋਂ ਆਇਆ? ਜਿਹੜੇ ਗੁਰੂ ਅਨੁਸਾਰੀ ਹੋ ਗਏ, ਉਹਨਾਂ ਨੂੰ ਗੱਲ ਪਤਾ ਲੱਗ ਗਈ ਵੀ ਵਿਆਪਕ ਦੇਖੀਏ ਜਗਤ, ਜਾਣੇ ਕੌਣ ਤੇਰੀ ਗਤ। ਵਾਹਿਗੁਰੂ ਤੇਰੀ ਗਤ ਕੌਣ ਕਹਿ ਸਕਦਾ? ਬਸ ਸਾਰੇ ਜਗਤ ਵੀ ਤੂੰ ਵਿਆਪਕ ਹੈ, ਇੰਨਾ ਹੀ ਮੈਂ ਕਹਿ ਸਕਦਾ ਵੀ ਤੂੰ ਸਰਵ ਵਿਆਪਕ ਹੈ। ਤੇਰੇ ਲਈ ਲਫ਼ਜ਼ ਵਰਤਿਆ ਜਾਂਦਾ ਸਰਵ ਵਿਆਪਕ। ਇਹ ਵਾਹਿਗੁਰੂ ਤੂੰ ਸਰਵ ਵਿਆਪਕ ਹੈ, ਮੈਂ ਇੰਨੀ ਗੱਲ ਹੀ ਸਿਰਫ ਕਹਿ ਸਕਦਾ, ਇਸ ਤੋਂ ਜ਼ਿਆਦਾ ਮੈਂ ਗੱਲ ਕਹਿ ਨਹੀਂ ਸਕਦਾ, ਕਿਉਂਕਿ ਤੇਰੇ ਬਾਰੇ ਮੈਂ ਦੱਸ ਨਹੀਂ ਸਕਦਾ, ਤੇਰਾ ਅੰਤ ਨਹੀਂ ਪਾ ਸਕਦਾ, ਨਾ ਹੀ ਤੇਰੇ ਅੰਤ ਦੀਆਂ ਗੱਲਾਂ ਮੈਂ ਕਰ ਸਕਦਾ ਹਾਂ। ਬਸ ਇਹ ਵੀ ਕਹਿ ਸਕਦੇ ਸਰਬ ਕੀ ਰੱਖਿਆ ਕਰੇ ਆਪੇ ਹਰ ਪਤ, ਵੀ ਉਹ ਪਰਮੇਸ਼ਰ ਆਪ ਹੀ ਸਾਰਿਆਂ ਦੀ ਰੱਖਿਆ ਕਰ ਰਿਹਾ ਹੈ। ਰੋਜ਼ੀ ਵੀ ਦਿੰਦਾ ਹੈ, ਪਾਲਣਾ ਵੀ ਕਰਦਾ ਹੈ, ਜੰਮਦਾ ਦਾ ਪ੍ਰਬੰਧ ਵੀ ਕਰਦਾ, ਮਰਨ ਦਾ ਵੀ ਕਰਦਾ, ਰੋਜ਼ੀ ਦਾ ਵੀ ਕਰਦਾ ਹੈ। ਹਰ ਇਹ ਚਾਲ ਪਰਮੇਸ਼ਰ ਦੇ ਆਪਣੇ ਹੱਥ ਵਿੱਚ ਹੈ, ਨਾ ਕਿ ਉਹ ਕਿਸੇ ਹੋਰ ਕਿਸੇ ਸ਼ਕਤੀਆਂ ਦੇ ਹੱਥ ਵਿੱਚ ਹੈ। ਇਹ ਗੱਲ ਸਮਝ ਕੇ ਆਉਂਦੀ ਹੈ ਕਿ ਭੇਦ ਕੌਣ ਜਾਣਦਾ ਹੈ? ਜਿਹੜਾ ਗੁਰੂ ਦੀ ਸ਼ਰਨ ਵਿੱਚ ਪੈ ਜਾਂਦਾ, ਗੁਰੂ ਦੇ ਅਨੁਸਾਰੀ ਹੋ ਜਾਂਦਾ, ਗੁਰੂ ਦੇ ਦੱਸੇ ਮਾਰਗ ਤੇ ਚੱਲ ਜਾਂਦਾ। ਫਿਰ ਕਹਿੰਦੇ ਨੇ ਜਿਹੜਾ ਐਸਾ ਹੁੰਦਾ ਫਿਰ ਉਹਦੀ ਵਿਸ਼ਾਲਤਾ ਦਾ ਦਾਇਰਾ ਬੜਾ ਵੱਡਾ ਹੋ ਜਾਂਦਾ। ਅੰਦਰੋਂ ਗੁਰਮੁਖ ਵੈਰ ਵਿਰੋਧ ਗਵਾਵੇ, ਉਹ ਵੈਰ ਵਿਰੋਧ ਹੀ ਖਤਮ ਹੋ ਜਾਂਦਾ ਉਹਦੇ ਅੰਦਰੋਂ, ਵੈਰ ਵਿਰੋਧ ਦੀ ਭਾਵਨਾ ਹੀ ਮੁੱਕ ਜਾਂਦੀ ਹੈ। ਵੈਰ ਕਿੰਨੀ ਦੇਰ ਹੈ? ਜਦ ਤੱਕ ਮੇਰਾ ਤੇਰਾ ਹੈ। ਜਬ ਲਕ ਹੁਕਮ ਨਾ ਬੂਝਤਾ ਤਬ ਲੋਕ ਉਹ ਦੁਖੀਆ, ਦੁਖੀ ਕਿੰਨੀ ਦੇਰ ਹੈ? ਜਦ ਤੱਕ ਉਹਦਾ ਹੁਕਮ ਦੀ ਪਹਿਚਾਣ ਨਹੀਂ, ਜਦ ਤੱਕ ਗੁਰੂ ਅਨੁਸਾਰੀ ਨਹੀਂ ਬਣਿਆ। ਜਦੋਂ ਗੁਰੂ ਅਨੁਸਾਰੀ ਬਣ ਗਿਆ, ਗੁਰੂ ਦੇ ਹੁਕਮ ਚੱਲ ਗਿਆ, ਫਿਰ ਉਹਨੂੰ ਇਹ ਗੱਲ ਸਮਝ ਆ ਜਾਏਗੀ ਮੇਰਾ ਤੇਰਾ ਹੈ ਹੀ ਕੁਛ ਨਹੀਂ।
ਇਸੇ ਵਾਸਤੇ ਸਤਿਗੁਰੂ ਕਹਿੰਦੇ ਮੇਰਾ ਤੇਰਾ ਛੋੜੀਏ ਭਾਈ, ਹੋਈ ਹੈ ਸਭ ਕੀ ਧੂਰ। ਉਹ ਭੋਲਿਓ, ਜੇ ਗੁਰੂ ਅਨੁਸਾਰੀ ਬਣਨਾ, ਗੁਰਮਤਿ ਸਿੱਖਣੀ ਹੈ ਤਾਂ ਮੇਰਾ ਤੇਰਾ ਛੱਡ, ਨਿਮਰਤਾ ਦੇ ਘਰ ਵਿੱਚ ਆ ਜਾ। ਧੂਰ ਦਾ ਅਰਥ ਹੈ ਬਹੁਤ ਨੀਚ ਆ। ਐਵੇਂ ਹੰਕਾਰ ਦੀਆਂ ਟੀਸੀਆਂ ਤੇ ਨਾ ਚੜ, ਜਿਹੜੇ ਹੰਕਾਰ ਦੀਆਂ ਟੀਸੀਆਂ ਤੇ ਚੜਦੇ ਨੇ ਸਿਰ ਦੇ ਭਾਰ ਵੀ ਉਹੀ ਟਿਕਦੇ ਨੇ। ਭੋਲਿਆ ਦੇਖ ਖਿਆਲ ਕਰ, ਤੂੰ ਮੇਰਾ ਤੇਰਾ ਛੱਡ, ਅੰਦਰੋਂ ਵੈਰ ਵਿਰੋਧ ਗਵਾ, ਤੇ ਘੱਟ ਘੱਟ ਬ੍ਰਹਮ ਪਛਾਣੀਆਂ, ਘੱਟ ਘੱਟ ਬ੍ਰਹਮ ਪਸਾਰਿਆ ਭਾਈ, ਵੇਖਿਆ ਸੁਣੇ ਹਜ਼ੂਰ। ਇਹ ਵੀ ਗੱਲ ਸਮਝ ਲੈ ਵੀ ਘੱਟ ਘੱਟ ਵਿੱਚ ਪਰਮੇਸ਼ਰ ਵਸਿਆ ਹੋਇਆ ਹੈ। ਉਹ ਵੇਖੇ ਦਾ, ਦੇਖਦਾ ਵੀ ਹੈ, ਸੁਣਦਾ ਵੀ ਹੈ, ਨਾਲ ਵੀ ਹੈ। ਇਹ ਨਹੀਂ ਵੀ ਇੱਧਰ ਉੱਧਰ ਪਰਮੇਸ਼ਰ ਹੈ, ਕਿਤੇ ਹੋਰ ਹੈ। ਇਹਦੀ ਵਿਸ਼ਾਲਤਾ, ਐਡਾ ਤਾਰਾ ਵੱਡਾ, ਇਹ ਸਮਝ ਕੇ ਨੂੰ ਆਉਂਦੀ ਹੈ। ਜਿਹੜਾ ਗੁਰੂ ਅਨੁਸਾਰ ਹੀ ਹੋ ਜਾਂਦਾ, ਉਹਦੇ ਅੰਦਰੋਂ ਭੈੜੀ ਬੋਲ ਹੀ ਮੁੱਕ ਜਾਂਦੇ ਹਨ। ਜਿਹੜੀ ਸਪਸ਼ਟ ਨਹੀਂ ਸੀ ਗੱਲ, ਉਹ ਵੀ ਉਹਨੂੰ ਸਪਸ਼ਟ ਹੋ ਜਾਂਦੀ ਹੈ। ਜਿਹੜੀ ਪੁੱਠਾ ਮਾਰਗ ਸੀ, ਉਹ ਸਿੱਧਾ ਰਸਤੇ ਤੋਂ ਤੁਰ ਪੈਂਦਾ। ਬੜੇ ਪਿਆਰੇ ਬੋਲ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਆਸਾ ਰਾਮ ਚ ਲਿਖੇ, ਕਹਿੰਦੇ ਜਿਹੜੇ ਮੇਰੇ ਦੁਸ਼ਮਣ ਸੀਗੇ ਉਹ ਹੁਣ ਮੇਰੇ ਮਿੱਤਰ ਬਣ ਗਏ, ਭਾਵੇਂ ਵਿਕਾਸ ਹਨ ਤੇ ਭਾਵੇਂ ਬਾਹਰਲਾ ਸੀ। ਕੌਣ? ਜਦੋਂ ਮੇਰੇ ਤੇ ਗੁਰੂ ਦੀ ਕਿਰਪਾ ਹੋ ਗਈ, ਹਨੇਰੀ ਕੋਠੜੀ ਵਿੱਚ ਗਿਆਨ ਦਾ ਰਤਨ ਜੰਮ ਬਣ ਪਿਆ, ਉਹਦੇ ਚਾਨਣ ਕਰ ਦਿੱਤਾ, ਪ੍ਰਕਾਸ਼ ਕਰ ਦਿੱਤਾ। ਉਹਦੇ ਹਨੇਰੀ ਕੋਠੜੀ ਵਿੱਚ ਮੇਰੀ ਮਲੀਨ ਗੰਦੀ ਬੁੱਧੀ ਜਿਹੜੀ ਸੀ, ਜਿਹਨੂੰ ਸਮਝ ਨਹੀਂ ਸੀ ਆਉਂਦੀ, ਉਹਨੂੰ ਸਮਝ ਆਉਣੀ ਸ਼ੁਰੂ ਹੋ ਗਈ। ਜਿਵੇਂ ਗੁਰੂ ਅਨੁਸਾਰੀ ਹੋ ਕੇ, ਜਦੋਂ ਗੁਰੂ ਦੀ ਕਿਰਪਾ ਹੋ ਗਈ, ਜਦੋਂ ਗੁਰੂ ਦੀ ਸ਼ਰਨ ਵਿੱਚ ਪੈ ਗਿਆ, ਗੁਰੂ ਦੇ ਭਰੋਸੇ ਤੇ ਮੈਂ ਜ਼ਿੰਦਗੀ ਦੀ ਖੇਡ ਖੇਡੀ, ਉਹਨੇ ਮੈਨੂੰ ਹੁਣ ਸਾਰਾ ਕੁਝ ਦੇ ਦਿੱਤਾ, ਗੁਰੂ ਦਾ ਮਿਲਾਪ ਹੋ ਗਿਆ। ਸਤਿਗੁਰੂ ਕਹਿੰਦੇ ਪੁਸ਼ਟ ਬਾਤ ਤੇ ਭਈ ਸੀਧਰੀ। ਉਹ ਪੁਸ਼ਟ ਸਪਸ਼ਟ ਨਹੀਂ ਜਿਹਨੂੰ ਕਹਿੰਦੇ ਆਪਾਂ, ਕਹਿੰਦੇ ਹੁਣ ਗੱਲ ਸਾਰੀਆਂ ਸਿੱਧੀਆਂ ਹੋ ਗਈਆਂ। ਫਿਰ ਕਹਿੰਦੇ ਦੂਤ ਦੁਸ਼ਟ ਸੱਜ ਨਹੀਂ, ਹੁਣ ਮੇਰੇ ਸੱਜਣ ਬਣ ਗਏ, ਪਹਿਲਾਂ ਵੈਰੀ ਸੀ ਹੁਣ ਸੱਜਣ ਬਣ ਗਏ। ਕਦੋਂ? ਕਹਿੰਦੇ ਅੰਧਕਾਰ ਮੈਂ ਰਤਨ ਪ੍ਰਗਾਸਿਓ, ਮਲੀਨ ਬੁੱਧ ਹਸ਼ਨਈ। ਹਨੇਰਾ ਸੀ ਅੰਦਰ, ਇਹਨਾਂ ਵਿਕਾਰਾਂ ਨੇ ਕੀਤਾ ਹੋਇਆ, ਲੇਕਿਨ ਹੁਣ ਗਿਆਨ ਦਾ ਰਤਨ ਬਣ ਗਿਆ। ਗਿਆਨ ਰਤਨ ਸਭ ਸੋਝੀ ਹੋਏ, ਉਹ ਸੋਝੀ ਹੋ ਗਈ। ਉਸ ਗਿਆਨ ਦੇ ਰਤਨ ਨੇ ਅੰਦਰ ਚਾਨਣ ਕਰ ਦਿੱਤਾ, ਰੋਸ਼ਨੀ ਕਰ ਦਿੱਤੀ। ਤੇ ਕੀ ਕਰ ਦਿੱਤੀ ਰੋਸ਼ਨੀ? ਗੁਰੂ ਪਾਤਸ਼ਾਹ ਸੱਚੇ ਪਾਤਸ਼ਾਹ ਜੀ ਨੇ ਕਮਾਲ ਦੇ ਬੋਲ ਲਿਖੇ ਹੈ ਕਿ ਗਿਆਨ ਦੇ ਇਸ ਚਾਨਣ ਨੇ ਅੰਦਰ ਰੋਸ਼ਨੀ ਕਰ ਦਿੱਤੀ। ਰੋਸ਼ਨੀ ਕਰ ਦਿੱਤੀ ਕਿ ਮਲੀਨ ਬੁੱਧ ਜਿਹੜੀ ਸੀ ਉਹ ਅੱਛੀ ਹੋ ਗਈ, ਸਾਫ਼ ਹੋ ਗਈ, ਸਪਸ਼ਟ ਹੋ ਗਈ। ਫਿਰ ਕਹਿੰਦੇ ਹੋਇਆ ਕਿ ਕਦੋਂ? ਜੋ ਕਿਰਪਾ ਗੋਬਿੰਦ ਭਈ, ਜਦੋਂ ਉਸ ਪਰਮੇਸ਼ਰ ਦੀ ਕਿਰਪਾ ਹੋ ਗਈ, ਗੁਰੂ ਅਨੁਸਾਰੀ ਬਣਿਆ, ਉਹਨੇ ਦਿੱਤਾ ਕਿ ਸੁਖ ਸੰਪਤ ਹਰ ਨਾਮ ਫਲ ਪਾਏ, ਸਤਿਗੁਰੂ ਮਿਲਈ। ਗੁਰੂ ਮਿਲ ਪਿਆ, ਗੁਰੂ ਮਿਲ ਪਿਆ। ਗੁਰੂ ਦੇ ਹੁਕਮ ਵਿੱਚ ਤੁਰਨ ਨਾਲ ਸਾਨੂੰ ਹੁਣ ਜਾਚ ਆ ਗਈ। ਕਹਿੰਦੇ ਜਿਹੜੇ ਮੈਨੂੰ ਕੋਲ ਨਹੀਂ ਸੀ ਫਿਰਨ ਦੇ, ਹੁਣ ਮੇਰੇ ਸਾਰੇ ਨਾਲ ਤੁਰੇ ਫਿਰਦੇ ਨੇ। ਮੈਨੂੰ ਕੋਈ ਜਾਣਦਾ ਨਹੀਂ ਸੀ, ਬਸ ਸੰਸਾਰ 'ਚ ਪ੍ਰਸਿੱਧ ਹੋ ਗਿਆ। ਕਹਿਣ ਦਾ ਮਤਲਬ ਜਿਹੜਾ ਗੁਰੂ ਅਨੁਸਾਰੀ ਹੈ, ਉਹਦੇ ਅੰਦਰੋਂ ਇਹ ਭਾਵਨਾ ਮੁੱਕ ਜਾਂਦੀ ਹੈ। ਉਹ ਤਾਂ ਗੱਲ ਕਹਿੰਦਾ ਹੀ ਨਹੀਂ, ਉਹ ਤਾਂ ਕਹਿੰਦਾ ਵਿਸਰ ਗਈ ਸਭ ਤਾਤ ਪਰਾਈ, ਜਪ ਤੇ ਸਾਧ ਸੰਗਤ ਮੋਹ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣੇ ਆਈ। ਉਹ ਇਹ ਗੱਲ ਕਹਿੰਦਾ ਮੇਰਾ ਹੁਣ ਕੋਈ ਵੈਰੀ ਨਹੀਂ ਹੈ। ਇਹ ਭਾਈ ਕਨ੍ਹਈਏ ਦੀ ਸੁਰਤੀ ਹੈ, ਜਿਹੜਾ ਵੈਰੀ ਨੂੰ ਵੀ ਪਾਣੀ ਪਿਆ ਕੇ ਕਹਿੰਦਾ ਸਤਿਗੁਰੂ ਇਹਦੇ ਵਿੱਚ ਵੀ ਤਾਂ ਮੈਂ ਰੱਬ ਦੀ ਜੋਤ ਦੇਖਦਾ। ਜਦ ਤੱਕ ਇਹ ਸਾਹਮਣੇ ਲੜਦਾ ਹੈ ਉਦੋਂ ਸਾਡਾ ਦੁਸ਼ਮਣ ਹੈ, ਜਦ ਇਹ ਤੀਰ ਖਾ ਕੇ ਧਰਤੀ ਤੇ ਡਿੱਗ ਪਿਆ ਹੁਣ ਇਹ ਦੁਸ਼ਮਣ ਨਹੀਂ ਇਨਸਾਨ ਹੈ। ਹੁਣ ਇਨਸਾਨ ਹੈ, ਸਾਹਮਣੇ ਲੜਦਾ ਦੁਸ਼ਮਣ ਹੈ, ਜਦ ਡਿੱਗ ਪਿਆ ਤੇ ਹੁਣ ਇਨਸਾਨ ਹੈ। ਇਹਨੂੰ ਪਾਣੀ ਪਿਉਣਾ ਤਾਂ ਮੇਰਾ ਫਰਜ਼ ਹੈ। ਤੇ ਸਤਿਗੁਰੂ ਕਹਿੰਦੇ ਭੁੱਲਿਆ ਪਾਣੀ ਨਾ ਪਿਆ, ਮਰਮ ਪੱਟੀ ਵੀ ਕਰ ਦਿਆ ਕਰ, ਕਿਉਂਕਿ ਇਨਸਾਨ ਹੈ, ਧਰਤੀ ਤੇ ਡਿੱਗ ਪਿਆ। ਗੁਰੂ ਹਰਗੋਬਿੰਦ ਮਹਾਰਾਜ ਦੇ ਜੀਵਨ ਨੂੰ ਜਦੋਂ ਪੜ੍ਹਦੇ ਹਾਂ, ਕਹਾਣੀਆਂ ਸਤਿਗੁਰੂ ਦੇ ਜੀਵਨ ਦੀਆਂ, ਮੋਹਸਿਨ ਫਾਨੀ ਲਿਖਦਾ ਹੈ ਵੀ ਲੜਾਈ ਦੇ ਮੈਦਾਨ ਵਿੱਚ, ਜੰਗ ਦੇ ਮੈਦਾਨ ਵਿੱਚ ਲੜਦਿਆਂ ਦੁਸ਼ਮਣ ਦੀ ਕਿਤੇ ਦਸਤਾਰ ਉਤਰ ਜਾਂਦੀ ਤਾਂ ਸਤਿਗੁਰੂ ਤਲਵਾਰ ਦੇ ਵਾਰ ਨੂੰ ਰੋਕ ਲੈਂਦੇ। ਉਹ ਕਹਿੰਦੇ ਭਰੇ ਮਾਨਸ ਆਪਣੀ ਦਸਤਾਰ ਸੰਭਾਲ, ਮੈਂ ਤੇਰੀ ਇੱਜ਼ਤ ਉਤਾਰਨ ਲਈ ਲੜਾਈ ਦੇ ਮੈਦਾਨ ਵਿੱਚ ਨਹੀਂ ਆਇਆ, ਮੇਰੀ ਲੜਾਈ ਕੇਵਲ ਜ਼ੁਲਮ ਦੇ ਖਿਲਾਫ ਹੈ। ਇਹ ਸਿੱਖ ਦਾ ਕਿਰਦਾਰ ਹੈ ਕਿ ਗੁਰੂ ਨੇ ਸਾਡਾ ਕਿਰਦਾਰ ਵੀ ਇਹੋ ਜਿਹਾ ਕਰਿਆ। ਸਤਿਗੁਰੂ ਕਹਿੰਦੇ ਅੰਦਰੋਂ ਵੈਰ ਵਿਰੋਧ ਕਦੀ ਖਤਮ ਹੋ ਜਾਂਦਾ। ਗੁਰਮੁਖ ਵੈਰ ਵਿਰੋਧ ਗਵਾਵੇ, ਅੰਦਰ ਸਾਰਾ ਕੁਝ ਮਿਟ ਗਿਆ। ਇਹ ਗੱਲ ਸਮਝ ਆ ਗਈ, ਨਾ ਕੋ ਦੁਸ਼ਮਣ ਦੁਖੀਆ ਨਾ ਹੀ ਕੋ ਮੰਦਾ, ਵੀ ਹੁਣ ਕੋਈ ਮਾੜਾ ਹੈ ਹੀ ਨਹੀਂ। ਗੁਰ ਕੀ ਸੇਵਾ ਸੇਵਕੋ ਨਾਨਕ ਖਸਮੇ ਬੰਦਾ। ਬਸ
ਸੇਵਾ ਕਰਨਾ, ਉਹਦੇ ਹੁਕਮ ਵਿੱਚ ਤੁਰਨਾ, ਇਹ ਗੁਰੂ ਅਨੁਸਾਰੀ ਦਾ ਸੁਭਾਅ ਇਹੋ ਜਿਹਾ ਹੈ। ਇਹੋ ਜਿਹਾ ਉਹਦਾ ਜੀਵਨ ਬਣ ਜਾਂਦਾ ਹੈ। ਗੁਰਮੁਖ ਸਗਲੀ ਗੰਤ ਮਿਟਾਵੇ। ਗੰਤ ਦਾ ਹੁੰਦਾ ਲੇਖਾ, ਆ ਸਾਰਾ ਹੀ ਲੇਖਾ ਜਿਹੜਾ ਅੰਦਰ ਸੀ ਵੈਰ ਵਿਰੋਧ ਦਾ, ਇਹ ਸਾਰਾ ਕੁਝ ਹੀ ਮਿਟ ਗਿਆ, ਸਾਰਾ ਕੁਝ ਹੀ ਖਤਮ ਹੋ ਗਿਆ। ਫਿਰ ਉਹ ਗੱਲ ਕਹਿੰਦਾ, ਵਾਹ ਵਾਹ ਵੈਰ ਨਾ ਕਰੀਏ ਕਾਹੂ, ਘਟ ਘਟ ਅੰਦਰ ਬ੍ਰਹਮ ਸਮਾਹੂ। ਵਾਹ ਵਾਹ ਗੁਰੂ ਅਰਜਨ ਦੇਵ ਮਹਾਰਾਜ ਗੌੜੀ ਰਾਗ ਦੇ ਪੱਟੀ ਵਾਹ ਵਾਹ ਲਫ਼ਜ਼ ਦੀ ਗੱਲ ਕਰਦੇ, ਕਹਿੰਦੇ ਵੈਰ ਨਾ ਕਰ, ਵਾਹ ਵਾਹ ਵੈਰ ਨਾ ਕਰੀਏ ਕਾਹੂ, ਵਾਹ ਵਾਹ ਵੈਰ ਨਾ ਕਰੀਏ ਕਾਹੂ। ਉਹ ਕਿਸੇ ਨਾਲ ਵੈਰ ਨਾ ਕਮਾਵੇ ਭੋਲਿਆ, ਤੈਨੂੰ ਪਤਾ ਘਟ ਘਟ ਅੰਦਰ ਬ੍ਰਹਮ ਸਮਾਹੂ। ਇੱਕ ਪਰਮੇਸ਼ਰ ਤਾਂ ਹਰ ਘਟ ਚ ਵਸਿਆ ਹੋਇਆ, ਇਹ ਜਲ ਥਲ ਵਿੱਚ ਹੈ, ਉਹ ਹਰ ਥਾਂ ਦੇ ਉੱਤੇ ਹੈ। ਉਹ ਕਹਿੰਦੇ ਗੱਲ ਕਿਉਂ ਵਿਰਲੇ ਨੂੰ ਸਮਝ ਆਉਂਦੀ ਹੈ। ਵਾਸਦੇਵ ਜਲ ਥਲ ਮੈਂ ਰਵਿਆ, ਗੁਰ ਪ੍ਰਸਾਦ ਵਿਰਲੇ ਹੀ ਗਵਿਆ। ਕਹਿੰਦੇ ਕਿਸੇ ਵਿਰਲੇ ਨੂੰ ਹੀ ਪਤਾ ਲੱਗਦੀ ਹੈ ਗੱਲ, ਪਰਮੇਸ਼ਰ ਹਰ ਬੰਦਾ ਤੇ ਗੱਲ ਸਮਝਦਾ ਹੀ ਨਹੀਂ। ਸਾਡੇ ਅੰਦਰ ਤਾਂ ਇੱਕ ਦੀਆਂ 3 ਨਾ ਸੁਣਾ ਲਈਏ, 4 ਨਾ ਸੁਣਾ ਲਈਏ, ਸਾਡੇ ਠੰਡ ਨਹੀਂ ਪੈਂਦੀ। ਜਦ ਤੱਕ ਅਸੀਂ ਕਹਿੰਦੇ ਨਾ ਇਹਨੇ ਇੱਕ ਕਿਹਾ ਮੈਂ 10 ਸੁਣਾਵਾਂਗਾ ਠੰਡ ਪਏਗੀ। ਗੁਰਮਤਿ ਦਾ ਸਿਧਾਂਤ ਨਹੀਂ, ਜਿਹੜੇ ਗੁਰੂ ਦੇ ਅਨੁਸਾਰੀ ਹੋ ਜਾਂਦੇ ਹਨ, ਉਹਨਾਂ ਦੇ ਅੰਦਰੋਂ ਵੈਰ ਵਿਰੋਧ ਮਿਟੇ। ਇਹ ਮਨ ਤੇ ਉਹਨਾਂ ਦੇ ਮਨ ਦੇ ਉੱਤੋਂ ਵੈਰ ਵਿਰੋਧ ਸਭ ਮਿਟ ਜਾਂਦਾ ਹੈ। ਹਰ ਕੀਰਤਨ ਗੁਰਮੁਖ ਜੋ ਸੁਣਤੇ, ਜਿਹੜੇ ਗੁਰੂ ਅਨਸਾਰੀ ਹੋ ਕੇ ਉਹਦੀ ਵਡਿਆਈ ਸੁਣਦੇ ਹਨ, ਉਹ ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਨ, ਉਹਨਾਂ ਦੇ ਵਿੱਚੋਂ ਸਭ ਕੁਝ ਮਿਟ ਜਾਂਦਾ ਹੈ। ਵੈਰ ਵਿਰੋਧ ਦੀ ਭਾਵਨਾ ਖਤਮ ਹੋ ਜਾਂਦੀ। ਸਗਲੀ ਗੰਤ ਮਤਲਬ ਸਾਰਾ ਕੁਝ ਲੇਖਾ ਹੀ ਖਤਮ ਹੋ ਜਾਂਦਾ ਹੈ, ਉਹਨਾਂ ਦੇ ਜੀਵਨ ਚੋਂ ਹੀ ਮੁੱਕ ਜਾਂਦਾ ਹੈ। ਗੁਰਮੁਖ ਰਾਮ ਨਾਮ ਰੰਗ ਰਾਤਾ। ਸਤਿਗੁਰੂ ਜੀ ਕਹਿੰਦੇ ਨੇ ਉੱਥੇ ਫਿਰ ਪ੍ਰਭੂ ਦੇ ਪਿਆਰ ਦੇ ਨਾਮ ਵਿੱਚ ਹਮੇਸ਼ਾ ਹੀ ਰੰਗਿਆ ਰਹਿੰਦਾ ਹੈ। ਤੇ ਅੱਗੇ ਸਤਿਗੁਰੂ ਜੀ ਫਿਰ ਕਹਿੰਦੇ, ਨਾਨਕ ਗੁਰਮੁਖ ਖਸਮ ਪਛਾਤਾ। ਇੱਕ ਲਫ਼ਜ਼ ਦਾ ਸਾਰਾ ਪਛਾਤਾ 3 ਅੱਖਰਾਂ ਦਾ ਹੀ ਹੈ। ਪੱਪਾ ਤੇ ਛਛੇ ਤੇ ਤੱਤੇ ਨੂੰ, ਛਛੇ ਨੂੰ ਕਰਨਾ ਤੇ ਤੱਤੇ ਨੂੰ ਕਰਨਾ, ਪਰ ਭਾਵ ਇਹਦੇ ਬੜੇ ਗਹਿਰੇ ਨੇ। ਪਛਾਣ ਹੀ ਤਾਂ ਸਭ ਤੋਂ ਔਖੀ ਬਾਤ ਹੈ ਜਿਹੜੀ ਅੱਜ ਤੱਕ ਹੋ ਨਹੀਂ ਸਕਦੀ। ਜਿਹੜਾ ਦੇਖੋ, ਖਿਆਲ ਕਰੋ ਜਰਾ ਵੀ ਇਹ ਉਸ ਕਰਤਾਰ ਦੀ ਨਾ ਅਸੀਂ ਕੁਦਰਤ ਦੀ ਪਛਾਣ ਕਰ ਸਕੇ, ਨਾ ਅਸੀਂ ਕਾਦਰ ਦੀ ਪਛਾਣ ਕਰ ਸਕੇ। ਇਹ ਸਾਡੀ ਗੱਲ ਸਾਡੀ ਸਮਝ ਵਿੱਚ ਨਹੀਂ ਆਈ, ਨਾ ਸਾਨੂੰ ਇਹ ਗੱਲ ਜਿਹੜੀ ਹੈ ਸਾਡੇ ਪੱਲੇ ਪਈ ਹੈ। ਇਹ ਗੱਲ ਬੜੀ ਜ਼ਰੂਰੀ ਹੈ, ਬੜੀ ਜ਼ਰੂਰੀ ਹੈ। ਜਿਹੜਾ ਗੁਰਮੁਖ ਪਰਮੇਸ਼ਰ ਦੇ ਨਾਮ ਵਿੱਚ ਰੰਗਿਆ ਜਾਂਦਾ, ਉਹਨੂੰ ਇਹ ਗੱਲ ਸਮਝ ਆ ਜਾਂਦੀ ਹੈ। ਜਦ ਤੱਕ ਪਛਾਣ ਨਹੀਂ ਕਿਸ ਚੀਜ਼ ਦੀ, ਉਹਦੇ ਨਾਲ ਮਿਲਾਪ ਨਹੀਂ ਹੋ ਸਕਦਾ। ਇਹ ਗੱਲ ਬੜੀ ਜ਼ਰੂਰੀ ਸਮਝਣ ਵਾਲੀ ਹੈ। ਪਛਾਣ ਹੀ ਤਾਂ ਮਿਲਾਪ ਵਾਲੇ ਪਾਸੇ ਲੈ ਕੇ ਜਾਂਦੀ ਹੈ। ਤੇ ਸਤਿਗੁਰੂ ਕਹਿੰਦੇ, ਮਾਲਕਾ ਵੀ ਤੇਰੀ ਕੁਦਰਤ ਦੀਆਂ ਗੱਲਾਂ ਤਾਂ ਤੂੰ ਹੀ ਜਾਣਦਾ ਹੈ, ਵੀ ਤੇਰੀ ਕੁਦਰਤ ਤੂੰ ਹੈ ਜਾਣੇ ਔਰ ਨਾ ਦੂਜਾ ਜਾਣੇ। ਜਿਸ ਨੂੰ ਕਿਰਪਾ ਕਰੇ ਮੇਰੇ ਪਿਆਰੇ, ਸੋਈ ਤੁਝੇ ਪਛਾਣੇ। ਤੇ ਜੇ ਤੂੰ ਕਿਤੇ ਕਿਰਪਾ ਕਰ ਦੇਵੇਂ, ਤੇਰੀ ਪਛਾਣ ਹੋ ਜਾਏ। ਤੇ ਘਰ ਕੁਦਰਤ ਵਿੱਚ ਵਸਦੇ ਹੋਏ ਦੀ ਪਛਾਣ ਹੀ ਤਾਂ ਔਖੀ ਹੈ। ਅਸੀਂ ਇੰਨੀ ਗੱਲ ਹੀ ਕਹਿ ਸਕਦੇ ਹਾਂ, ਸੋਹਣ ਵੱਡਾ ਆਖੇ ਸਭ ਕੋਈ, ਕੇਵਡ ਵੱਡਾ ਡੀਠਾ ਹੋਏ, ਕੀਮਤ ਪਾਏ ਨਾ ਕਿਹਾ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਇਹ ਗੱਲ ਹੀ ਅਸੀਂ ਕਹਿ ਦਿੰਦੇ ਹਾਂ, ਪੜ੍ਹਦੇ ਵੀ ਹਾਂ ਰੋਜ਼। ਪਛਾਣ ਨਹੀਂ ਹੋਈ ਸਾਨੂੰ। ਹੁਣ ਸੰਸਾਰ, ਅੱਜ ਜਗਤ ਸਾਰਾ ਇਸੇ ਆਹਰ ਵਿੱਚ ਲੱਗਾ ਹੋਇਆ ਹੈ, ਰੱਬ ਨੂੰ ਮਿਲਣਾ। ਕਹਾਣੀ ਬੜੀ ਅਜੀਬ ਜਿਹੀ ਹੈ, ਰੱਬ ਨੂੰ ਮਿਲਣ ਦੀ ਕਹਾਣੀ ਬੜੀ ਅਜੀਬ ਹੈ। ਵੀ ਰੱਬ ਨੂੰ ਮਿਲਣਾ, ਵੀ ਪਛਾਣ ਲਿਆ, ਉਹਦੀ ਸਮਝ ਆ ਗਈ ਹੈ, ਉਹਦੇ ਗੁਣ ਕੀ ਨੇ, ਉਹ ਹੈ ਕਿਹੋ ਜਿਹਾ। ਜਦ ਇਹ ਸਮਝ ਆਈ, ਅੰਦਰ ਵਿਚਾਰ ਕੀਤੀ ਇਸ ਗੱਲ ਦੀ, ਇਸ ਲਈ ਰੱਬ ਦੇ ਰੂਪ ਨੂੰ ਜਾਣਨ ਲਈ, ਸੁਭਾਅ ਲਈ ਬੜੇ ਉਤਾਵਲੀ ਹੈ ਦੁਨੀਆ, ਬੜੀ ਉਤਾਵਲੀ ਹੈ। ਕੋਈ ਦੇਖੋ ਇਹ ਰੱਬ ਨੂੰ ਲੱਭਣ ਲਈ ਘਰ 'ਚ ਬੈਠਾ ਤੇ ਕੋਈ ਜੰਗਲਾਂ 'ਚ ਬੈਠਾ। ਗੱਲ ਤਾਂ ਰੱਬ ਨੂੰ ਲੱਭਣ ਦੀ ਹੈ ਨਾ। ਲੱਭਣਾ, ਰੱਬ ਨੂੰ ਲੱਭਣਾ ਸੌਖੀ ਬਾਤ ਤਾਂ ਹੈ ਨਹੀਂ ਸੀ। ਜੇ ਪਛਾਣ ਹੀ ਨਹੀਂ ਲੱਭਾਂਗੇ ਕਿਵੇਂ? ਕੋਈ ਬੰਦਾ ਗਵਾਚ ਜਾਏ, ਆ ਗੁੰਮਸ਼ੁਦਾ ਦੇ ਇਸ਼ਤਿਹਾਰ ਛਪਦੇ ਨੇ ਅਖਬਾਰਾਂ ਦੇ ਵਿੱਚ, ਫਲਾਣਾ ਬੰਦਾ ਗਵਾਚ ਗਿਆ, ਉਹਦਾ ਲਿਖਦੇ ਨੇ ਇਹਦਾ ਰੰਗ ਇਹੋ ਜਿਹਾ ਹੈ, ਇਹਦਾ ਕੱਦ ਇੰਨਾ ਹੈ, ਇੰਨੀ ਉਮਰ ਹੈ, ਇੰਨਾ ਤਕਾਜ਼ਾ ਹੈ, ਤਾਂ ਹੀ ਕੋਈ ਪਛਾਣੇਗਾ ਨਾ। ਉੱਥੋਂ ਫਿਰ ਉਹਦੀਆਂ ਫੋਟੋ ਵੀ ਲਾਉਂਦੇ ਨੇ। ਰੱਬ ਦੀ ਨਾ ਤਸਵੀਰ ਬਣੇ, ਨਾ ਉਹਦੇ ਸ਼ਕਲ ਹੈ, ਨਾ ਆਕਾਰ ਹੈ, ਤੇ ਰੱਬ ਨੂੰ ਪਛਾਣੇਗਾ ਕਿਵੇਂ? ਪਛਾਣ ਹੀ ਤਾਂ ਹੋਈ ਨਹੀਂ ਅੱਜ ਤੱਕ ਸਾਡੇ ਕੋਲੋਂ, ਵੀ ਰੱਬ ਦੀ ਪਛਾਣ ਕੀ ਹੈ, ਹੋਏਗੀ ਕਿਵੇਂ? ਗੱਲ ਬੜੀ ਔਖੀ ਜਿਹੀ ਹੈ। 2 ਚੀਜ਼ਾਂ ਹੁੰਦੇ ਨੇ, ਇੱਕ ਉਡੀਕ ਹੁੰਦੀ ਹੈ, ਇੱਕ ਲੱਭਣਾ ਹੁੰਦਾ ਹੈ। ਉਡੀਕ ਤੇ ਲੱਭਣ 'ਚ ਵੀ ਬਹੁਤ ਵੱਡਾ ਫਰਕ ਹੈ।
ਲੱਭਣ ਲਈ ਘਰ ਤਿਆਗਣਾ ਪੈਂਦਾ ਹੈ। ਜੇ ਰੱਬ ਨੂੰ ਲੱਭਣਾ ਨਾ, ਫਿਰ ਘਰ ਤਿਆਗਣਾ ਪੈਂਦਾ ਹੈ। ਘਰ ਦੇ ਸੁੱਖ ਤਿਆਗਣੇ ਪੈਂਦੇ ਨੇ, ਘਰ ਦੇ ਸਾਧਨ ਤਿਆਗਣੇ ਪੈਂਦੇ ਨੇ ਲੱਭਣ ਲਈ। ਜੰਗਲਾਂ ਦੇ ਕੰਢੇ ਮਿੱਧਣੇ ਪੈਂਦੇ ਨੇ, ਭੁੱਖੇ ਰਹਿਣਾ ਪੈਂਦਾ ਲੱਭਣ ਲਈ। ਆਹਾਰ ਹੈ, ਉਦਮ ਹੈ, ਲੱਗੇ ਹੋਏ ਨੇ ਲੱਭਣ ਲਈ। ਜੋਗੀਆਂ ਨੂੰ ਸਮਝਾਉਂਦੇ ਮਹਾਰਾਜ ਸੱਚੇ ਪਾਤਸ਼ਾਹ, ਸਿੱਧੋ ਰੱਬ ਨੂੰ ਲੱਭਣ ਲਈ ਤੁਰੇ ਫਿਰਦੇ ਹੋ, ਰੱਬ ਨੂੰ ਲੱਭਣ ਲਈ ਤੁਰੇ ਫਿਰਦੇ ਹੋ। ਇਹ ਤੁਹਾਡਾ ਇਹ ਲੱਭਣ ਦਾ ਤੁਹਾਡਾ ਇਹ ਢੰਗ ਹੈ ਵੀ ਰੱਬ ਨੂੰ ਲੱਭਣ ਲਈ ਤੁਰੇ ਫਿਰਦੇ ਹੋ। ਰੱਬ ਇਸ ਤਰ੍ਹਾਂ ਥੋੜੀ ਲੱਭੇਗਾ। ਪਹਿਲਾਂ ਰੱਬ ਦੀ ਪਛਾਣ ਕਰਨੀ ਤਾਂ ਜ਼ਰੂਰੀ। ਤੁਸੀਂ ਤਾਂ ਰੱਬ ਨੂੰ ਪਛਾਣਿਆ ਹੀ ਨਹੀਂ ਹੈ। ਰੱਬ ਦੀ ਪਛਾਣ ਹੋਵੇ ਤਾਂ ਰੱਬ ਲੱਭੇ। ਹੁਣ ਦੇਖੋ, ਦੂਜਾ ਪਾਸਾ ਇੱਕ ਲੱਭਣ ਵਾਲਾ ਹੈ, ਇੱਕ ਉਡੀਕਣ ਵਾਲਾ ਹੈ। ਉਡੀਕਣ ਵਾਲਾ ਘਰ ਨਹੀਂ ਛੱਡਦਾ, ਉਡੀਕਣ ਵਾਲੇ ਨੂੰ ਘਰ ਨਹੀਂ ਤਿਆਗਣਾ ਪੈਂਦਾ। ਜੇ ਕੋਈ ਆ ਕੇ ਕਹੇ ਵੀ ਚਲੋ ਆਪਾਂ 10 ਮਿੰਟ ਬਾਹਰ ਘੁੰਮ ਆਈਏ, ਉਹ ਕਹਿੰਦਾ ਨਾ 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 ਨਾ, ਕਿਸੇ ਨੇ ਆਉਣਾ ਹੈ, ਮੈਂ ਤਾਂ 1 ਮਿੰਟ ਵੀ ਘਰ ਨਹੀਂ ਛੱਡ ਸਕਦਾ, ਮੈਂ ਤਾਂ ਉਡੀਕ ਵਿੱਚ ਬੈਠਾ। ਹੁਣ ਉਡੀਕਣਾ ਬੜਾ ਜ਼ਰੂਰੀ ਹੈ, ਇਹ ਗੱਲ ਸਮਝਣੀ ਬੜੀ ਜ਼ਰੂਰੀ ਹੈ। ਉਡੀਕ ਤੇ ਲੱਭਣਾ ਚ ਬਹੁਤ ਵੱਡਾ ਫਰਕ ਹੈ। ਹੁਣ ਸਤਿਗੁਰੂ ਜੀ ਕਹਿੰਦੇ ਬਈ ਜੇ ਕੋਈ ਜੰਗਲ ਵਿੱਚ ਖੋਜਦਾ ਫਿਰੇ, ਲੱਭ ਲਵੇ, ਪਰਮੇਸ਼ਰ ਨੂੰ ਲੱਭਣ ਦੀ ਗੱਲ ਕਰੇ ਤੇ ਖੋਜਤ ਮੈਂ ਫਿਰਾਂ, ਖੋਜੂ ਬਨ ਥਾਨ। ਵੀ ਮੈਂ ਜੰਗਲਾਂ ਚ ਉਹਨੂੰ ਖੋਜਣ ਲਈ ਲੱਭਿਆ ਫਿਰਦਾ, ਤੁਰਿਆ ਫਿਰਦਾ, ਪਰ ਅਛਲ ਅਛੇਦ ਅਭੇਦ ਪ੍ਰਭ ਐਸੇ ਭਗਵਾਨ। ਇਹਦਾ ਪਛਾਣ ਇਹ ਹੈ, ਉਹ ਤਾਂ ਛਲਿਆ ਨਹੀਂ ਜਾਂਦਾ, ਉਹਨੂੰ ਅਛੇਦ ਨਹੀਂ, ਛੇਕ ਨਹੀਂ ਕੀਤਾ ਜਾ ਸਕਦਾ, ਤੋੜਿਆ ਨਹੀਂ ਜਾ ਸਕਦਾ, ਉਹਦਾ ਭੇਦ ਨਹੀਂ ਪਾਇਆ ਜਾ ਸਕਦਾ। ਉਹ ਤੇ ਇਹੋ ਜਿਹਾ ਸੀ, ਉਹ ਕਿੱਥੇ ਜੰਗਲਾਂ ਚ ਲੱਭਣ ਚਲਾ ਗਿਆ। ਇੱਕ ਛੋਟੀ ਜਿਹੀ ਕਹਾਣੀ ਮੈਨੂੰ ਯਾਦ ਆ ਗਈ, ਇੱਕ ਪੜ੍ਹੀ ਸੀ ਮੈਂ ਕਹਾਣੀ, ਬੜੀ ਛੋਟੀ ਜਿਹੀ ਹੈ। ਇੱਕ ਬੰਦਾ ਆਪਣੇ ਸੱਜਣ ਨੂੰ ਲੱਭਣ ਲਈ ਘਰ ਤੋਂ ਚੱਲਿਆ ਤੇ ਲੱਭਦਾ ਫਿਰਦਾ ਥਾਂ ਤੇ ਜਾ ਕੇ, ਵੀ ਇਹਨੂੰ ਦੇਖਿਆ ਜੇ, ਉਹਦੀ ਹੱਥ ਵਿੱਚ ਤਸਵੀਰ ਵੀ ਰੱਖੀ ਹੋਈ ਹੈ, ਇਹਨੂੰ ਦੇਖਿਆ ਜੇ ਕਿਤੇ, ਇਹ ਵਿਅਕਤੀ ਤੁਹਾਨੂੰ ਮਿਲਿਆ, ਇਹੋ ਜਿਹਾ ਦਾ ਰੂਪ ਹੈ, ਇਹੋ ਜਿਹੇ ਦੇ ਨਕਸ਼ ਨੇ, ਇਹੋ ਜਿਹਾ ਦਾ ਸਰ, ਕਿ ਦੇਖਿਆ ਜੇ। ਕਹਿੰਦੇ ਉਹ ਜਦੋਂ ਜਾਂਦਿਆਂ ਇੱਕ ਸੱਜਣ ਉਹਨੂੰ ਮਿਲਿਆ, ਉਹਨੇ ਕਿਹਾ ਹਾਂ ਇਹ ਸੱਜਣ ਫਲਾਣੇ ਮੰਜ਼ਿਲ ਤੇ ਰਹਿੰਦਾ, ਉਹਦੇ ਨਾਮ ਦੀ ਬਾਹਰ ਨਾਮ ਪਲੇਟ ਲੱਗੀ ਹੋਈ ਹੈ ਉਹਦੇ ਘਰ ਤੋਂ ਬਾਅਦ, ਇੰਨਾ ਉਹਦਾ ਘਰ ਦਾ ਨੰਬਰ ਹੈ, ਤੇ ਉੱਥੇ ਤੂੰ ਜਾ ਕੇ ਤੇ ਉਹਨੂੰ ਮਿਲ ਸਕਦਾ। ਉੱਥੇ ਪਹੁੰਚ ਗਿਆ, ਘਰ ਦੀ ਛੱਤ ਤੇ ਚੜ੍ਹਿਆ, ਜਿਹੜੀ ਜਿੰਨੀ ਵੀ ਮੰਜ਼ਿਲ ਸੀ ਚੜ੍ਹ ਗਿਆ, ਨੰਬਰ ਪਲੇਟ ਵੀ ਪੜ੍ਹ ਲਈ, ਦੇਖ ਲਿਆ, ਬੈਲ ਤੇ ਉਂਗਲ ਰੱਖੀ, ਘੰਟੀ ਵਜਾਉਣ ਲੱਗਾ ਤਾਂ ਪਿੱਛੇ ਹਟ ਗਿਆ ਤੇ ਉਹਨੇ ਵਾਪਸ ਆ ਗਿਆ। ਉਹੀ ਆਦਮੀ ਉਹਨੂੰ ਫਿਰ ਮਿਲ ਪਿਆ, ਉਹਨੂੰ ਫਿਰ ਉਹੀ ਸਵਾਲ ਕੀਤਾ ਵੀ ਇਹਨੂੰ ਦੇਖਿਆ ਕਿਤੇ। ਉਹ ਕਹਿੰਦਾ ਹੁਣੇ ਤਾਂ ਮੈਂ ਤੈਨੂੰ ਇਹਦੇ ਬਾਰੇ ਸਾਰਾ ਕੁਝ ਦੱਸਿਆ ਸੀ, ਵੀ ਉੱਥੇ ਤੂੰ ਗਿਆ ਨਹੀਂ, ਕਿੱਦਾਂ ਗਿਆ ਸਾਂ। ਕਹਿੰਦਾ ਉੱਥੇ ਬੈਲ ਨਹੀਂ ਵਜਾਈ। ਕਹਿੰਦਾ ਨਹੀਂ, ਬਸ ਬੈਲ ਵਜਾਉਣ ਤੋਂ ਹੀ ਹੱਥ ਪਿੱਛੇ ਖਿੱਚ ਲਿਆ। ਕਹਿੰਦਾ ਉਹ ਕਿਉਂ? ਕਹਿੰਦਾ ਇਸ ਵਾਸਤੇ ਵੀ ਹੁਣ ਤਾਂ ਮੈਂ ਉਹਨੂੰ ਲੱਭਣ ਦੇ ਆਹਾਰ ਵਿੱਚ ਲੱਗਾ ਹੋਇਆ, ਜੇ ਉਹ ਲੱਭ ਹੀ ਪਿਆ ਤਾਂ ਫਿਰ ਮੇਰਾ ਆਹਾਰ ਮੁੱਕ ਜਾਏਗਾ। ਬਸ ਕਹਾਣੀ ਸਾਰੀ ਇੰਨੀ ਕੁ ਸਮਝ ਹੁੰਦੀ ਹੈ। ਅੱਜ ਹੀ ਸਾਰੇ ਆਹਾਰ ਵਿੱਚ ਲੱਗੇ ਹੋਏ ਆ, ਲੱਭਣਾ ਨਹੀਂ ਚਾਹੁੰਦੇ ਅਸਲ ਵਿੱਚ। ਜੇ ਸਾਡਾ ਆਹਾਰ ਹੈ ਵੀ ਅਸੀਂ ਕਰੀ ਜਾ ਰਹੇ ਹਾਂ ਕੰਮ, ਸਾਡਾ ਆਹਾਰ, ਆਪਾਂ ਇਹ ਆਹਾਰ ਕਰਦੇ ਪਏ ਹਾਂ। ਗੁਰੂ ਪਾਤਸ਼ਾਹ ਨੇ ਵੀ ਕਿਹਾ ਆਹਾਰ ਸਭ ਕਰਦਾ ਫਿਰੇ, ਆਹਾਰ ਇੱਕ ਨਾ ਹੋਏ। ਆਹਾਰ ਦੁਨੀਆ ਸਭ ਉਦਮ ਕਰੀ ਜਾਂਦੀ ਹੈ, ਸਭ ਕੁਝ ਕਰੀ ਜਾਂਦੀ ਹੈ, ਪਰ ਜਿਹੜਾ ਉਦਮ ਲੱਭਣ ਦਾ ਸੀ ਉਹ ਅਸੀਂ ਕੀਤਾ ਨਹੀਂ ਹੈ। ਨਾਨਕ ਜਿਤ ਆਹਾਰ ਜਗ ਉਤਰੈ, ਬਿਰਲਾ ਬੁੱਝੇ ਕੋਈ। ਕਹਿੰਦੇ ਉਹ ਤਾਂ ਕੋਈ ਬਿਰਲਾ ਹੀ ਲੱਭਦਾ। ਆਹਾਰ ਜਦੋਂ ਅਸੀਂ ਸੋਚ ਲਈ ਵੀ ਸਾਡਾ ਤਾਂ ਲੱਭਣ ਦਾ ਆਹਾਰ ਹੀ ਖਤਮ ਹੋ ਜਾਏਗਾ, ਫਿਰ ਅਸੀਂ ਆਹ ਕੁਝ ਧਰਮ ਦੇ ਨਾਂ ਤੇ ਕਰਦੇ ਹਾਂ। ਅੱਜ ਸਾਡੀ ਜੀਵਨ ਦੀ ਖੇਡ ਵੀ ਇਹੋ ਜਿਹੀ ਹੈ ਵੀ ਅਸੀਂ ਤੁਰੇ ਜਾ ਰਹੇ ਹਾਂ, ਸਾਲਾਂ ਦੇ ਸਾਲ, ਜ਼ਿੰਦਗੀ ਦੀਆਂ ਜ਼ਿੰਦਗੀਆਂ, ਯਾਤਰਾ ਦੀਆਂ ਯਾਤਰਾ, ਅਸੀਂ ਤੁਰੇ ਫਿਰਦੇ ਹਾਂ। ਆਹ ਮਹੀਨੇ ਜਾਂਦੇ ਆ ਤੇ ਚੌਂਕੀਆਂ ਭਰਨ ਜਾਂਦੇ ਆ, ਕਰਨ ਜਾਂਦੇ ਆ, ਬੇਨਤੀ ਹੈ, ਪਰ ਉਸ ਵਿੱਚ ਆਹਾਰ ਹੀ ਕਰਦੇ ਆ, ਮਿਲਾਪ ਦੀ ਗੱਲ ਨਹੀਂ ਕਰਦੇ। ਉਡੀਕ ਵੀ ਨਹੀਂ ਸਾਨੂੰ ਹੈਗੀ, ਵੀ ਸਾਡੇ ਅੰਦਰ ਉਡੀਕ ਵੀ ਨਹੀਂ ਹੋਈ ਉਹਦੀ। ਕਦੀ ਇੱਕ ਗੱਲ ਕਹੀ, ਉਡੀਨੀ ਕਬ ਘਰ ਆਵੇ ਇਹਦੀ, ਕਦੀ ਉਡੀਕਿਆ ਗੱਲ ਨਹੀਂ। ਬਸ ਪਹਿਚਾਨ ਜਿਹੜੀ ਹੈ, ਇਹ ਗੱਲ ਸਾਨੂੰ ਪਹਿਚਾਨ ਨਹੀਂ ਹੋਈ ਅਸੀਂ ਵੀ ਅਸੀਂ ਲੱਭਦੇ ਕਿਵੇਂ ਆ। ਇੱਕ ਬੜੇ ਸੋਹਣਾ ਦ੍ਰਿਸ਼ਟਾਂਤ ਭਗਤ ਕਬੀਰ ਜੀ ਨੇ ਦਿੱਤਾ। ਭਗਤ ਕਬੀਰ ਜੀ ਨੇ ਇੱਕ ਬੜਾ ਵਧੀਆ ਦ੍ਰਿਸ਼ਟਾਂਤ ਦਿੱਤਾ ਹੈ, ਕਮਾਲ ਦਾ ਦ੍ਰਿਸ਼ਟਾਂਤ ਹੈ ਭਗਤ ਕਬੀਰ ਜੀ ਦਾ। ਭਗਤ ਕਬੀਰ ਜੀ ਉੱਤੇ ਬੜਾ ਕਮਾਲ ਦਾ ਸਮਝਾਉਂਦੇ ਨੇ। ਕਹਿੰਦੇ ਨੇ ਭਗਤ ਜੀ ਕਿ ਦੇਖੋ ਬਈ ਭੈਣੇ ਮੇਰੀਏ, ਤੂੰ ਬੜੀ ਖੂਬਸੂਰਤ ਹੈ, ਬੜੀ ਸੋਹਣੀ ਹੈ, ਤੈਨੂੰ ਰੱਬ ਨੇ ਬੜਾ ਸੋਹਣਾ ਰੰਗ ਦਿੱਤਾ, ਤੇਰਾ ਰੂਪ ਦੇਖ ਕੇ ਹਰ ਕੋਈ ਆਸ਼ੀਸ਼ ਕਰਦਾ ਹੈ। ਭਗਤ ਕਬੀਰ ਜੀ ਨੇ ਬੜੇ ਕਮਾਲ ਦਾ ਇੱਕ ਸਿਧਾਂਤ ਦਿੱਤਾ, ਬਹੁਤ। ਕਹਿੰਦੇ ਤੇਰੇ ਕੱਪੜੇ ਵੀ ਬੜੇ ਵਧੀਆ ਨੇ, ਸੂਟ ਤੂੰ ਇੰਨਾ ਮਹਿੰਗਾ ਪਾਇਆ, ਬਸ
ਆਪਾਂ ਦੱਸ ਨਹੀਂ ਸਕਦੇ। ਤੇ ਕਹਿੰਦੇ ਨੇ ਕਦੀ ਖਿਆਲ ਕੀਤਾ ਤੇਰੇ ਨੈਣ ਕਿੰਨੇ ਸੋਹਣੇ ਨੇ, ਤੇਰੇ ਨੈਣਾਂ ਨੂੰ ਦੇਖ ਕੇ ਹਰ ਕੋਈ ਉਧਰ ਖਿੱਚਿਆ ਜਾਂਦਾ ਹੈ। ਤੇਰੇ ਨੈਣ ਦੇਖੇ ਨੇ ਕਿੰਨੇ ਸੋਹਣੇ ਨੇ, ਤੈਨੂੰ ਰੂਪ ਕਿੰਨਾ ਸੋਹਣਾ ਦਿੱਤਾ ਹੈ ਪਰਮੇਸ਼ਰ ਨੇ। ਪਰ ਕਹਿੰਦੇ ਮੇਰੀ ਭੈਣ ਕਦੀ ਇਸ ਰੂਪ ਨਾਲ, ਕਦੀ ਨਾ ਨੈਣਾਂ ਨਾਲ ਰੱਬ ਵੀ ਦੇਖਿਆ ਜੀ, ਪਰਮੇਸ਼ਰ ਨੂੰ ਵੀ ਦੇਖਿਆ ਕਦੀ। ਇੱਕ ਸਵਾਲ ਖੜਾ ਕਰਤਾ ਭਗਤ ਕਬੀਰ ਜੀ ਨੇ ਵੀ ਦੇਖ ਜਿਹਨੇ ਤੈਨੂੰ ਸਭ ਕੁਝ ਦਿੱਤਾ, ਸਭ ਕੁਝ ਕੀਤਾ, ਤੂੰ ਇਹਨਾਂ ਨੈਣਾਂ ਨਾਲ ਕੀ ਦੇਖਿਆ? ਭਗਤ ਕਬੀਰ ਜੀ ਦਾ ਬਚਨ ਮਲਾਰ ਗੁਰੂ ਨਾਨਕ ਦੇਵ ਜੀ ਦਾ ਬਚਨ ਹੈ ਮਲਾਰ ਰਾਗ ਦਾ, ਸੌਰੀ ਗੁਰੂ ਨਾਨਕ ਦੇਵ ਪਾਤਸ਼ਾਹ ਦਾ ਬਚਨ ਹੈ ਮਲਾਰ ਰਾਗ ਦਾ। ਕਹਿੰਦੇ ਨੇ ਵੀ ਕਦੀ ਦੇਖਿਆ ਤੂੰ ਇਹ ਗੱਲ? ਜਿਹੜਾ ਦੇਖ ਤਾਂ ਸਹੀ, ਕਹਿੰਦੇ ਬਾਗੇ ਕਾਪੜ ਬੋਲੇ ਬੈਨ, ਤੇ ਮਿੱਠੇ ਤੇਰੇ ਬੋਲ ਨੇ, ਬੋਲੀ ਵੀ ਬੜੀ ਮਿੱਠੀ ਹੈ, ਚਿੱਟੇ ਤੇਰੇ ਕੱਪੜੇ ਨੇ। ਭਾਵ ਇੱਕ ਕੂੰਜ ਦੀ ਉਦਾਹਰਨ ਦਿੱਤੀ ਗੁਰੂ ਪਾਤਸ਼ਾਹ ਨੇ। ਕਹਿੰਦੇ ਕੂੰਜ ਕਿੰਨੀ ਉੜਦੀ ਹੈ, ਚਿੱਟੇ ਰੰਗ ਦੀ, ਕਿਆ ਖੂਬਸੂਰਤ ਲੰਮੀ ਤੇ ਉਹਦੀ ਚੁੰਝ, ਲੱਖਾਂ ਉਹਦੀਆਂ ਖੂਬਸੂਰਤ ਉਡਾਰੀਆਂ ਉਹਦੀਆਂ ਲੰਬੀਆਂ। ਉਦਾਹਰਨ ਦਿੱਤੀ ਗੁਰੂ ਪਾਤਸ਼ਾਹ ਜੀ ਨੇ। ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਬਾਗੇ ਕਾਪੜ ਬੋਲੇ ਬੈਨ, ਲੰਮਾ ਨੱਕ, ਕਾਲੇ ਤੇਰੇ ਨੈਣ। ਵਾਹ, ਕਮਾਲ ਦੀ ਗੱਲ ਹੈ। ਕਿੰਨਾ ਖੂਬਸੂਰਤ ਰੂਪ ਘੜ ਦਿੱਤਾ ਪਰਮੇਸ਼ਰ ਨੇ। ਕਬਹੂ ਸਾਹਿਬ ਦੇਖਿਆ ਭੈਣ? ਭੈਣੇ ਦੇਖਿਆ ਹੀ ਕਦੀ? ਕਦੀ ਦੇਖਿਆ ਸਾਹਿਬ ਨੂੰ? ਗੁਰੂ ਪਾਤਸ਼ਾਹ ਜੀ ਕਹਿੰਦੇ ਕਦੀ ਸਾਹਿਬ ਨੂੰ ਦੇਖਿਆ ਹੀ? ਵੀ ਕਦੀ ਸਾਹਿਬ ਦੇ ਦਰਸ਼ਨ ਹੋਏ? ਕਿੱਦਾਂ ਸਾਡੀ ਹਾਲਤ ਕੁਝ ਏਦਾਂ ਦੀ ਨਹੀਂ? ਕਿਆ ਰੂਪ ਲੈ ਕੇ, ਕਿਆ ਸਿਧਾਂਤ ਲੈ ਕੇ, ਕਿਆ ਗਿਆਨ ਲੈ ਕੇ, ਕਿਆ ਵਿਦਵਤਾ ਲੈ ਕੇ, ਕਿਆ ਪੈਸਾ ਲੈ ਕੇ, ਕਿਆ ਦੌਲਤ ਲੈ ਕੇ ਕਿ ਅਸੀਂ ਰੱਬ ਦੇਖ ਲਿਆ, ਪਛਾਣ ਕਰ ਲਈ? ਬਿਲਕੁਲ ਹੀ ਨਹੀਂ ਕੀਤੀ। ਇਹ ਇੱਥੇ ਤੇ ਕਬੂ ਸਾਹਿਬ ਦੇਖਿਆ ਭੈਣ ਦਾ ਅਰਥ ਇਹੋ ਹੀ ਹੁੰਦਾ ਵੀ ਤੂੰ ਕਦੀ ਨਹੀਂ ਦੇਖਿਆ। ਜਿਹਨੇ ਤੈਨੂੰ ਰੂਪ ਦਿੱਤਾ, ਰੂਪ ਦੇਣ ਵਾਲੇ ਨੂੰ ਤਾਂ ਦੇਖ। ਜਿਹਨੇ ਤੈਨੂੰ ਸੁੰਦਰ ਨੈਣ ਦਿੱਤੇ, ਕਦੀ ਨੈਣ ਬਣਾਉਣ ਵਾਲੇ ਵੱਲ ਤਾਂ ਦੇਖ। ਉਹ ਕਿੱਡਾ ਵੱਡਾ ਕਾਰੀਗਰ ਹੋਏਗਾ, ਕਿੱਡਾ ਵੱਡਾ ਤੇਰਾ। ਜਿਹਨੇ ਤੈਨੂੰ ਮਿੱਠੇ ਬੋਲ ਦਿੱਤੇ ਨੇ, ਬੋਲਣ ਦੀ ਤਾਕਤ ਦਿੱਤੀ, ਉਹ ਕਿੰਨਾ ਆਪ ਮਿੱਠਾ ਹੋਏਗਾ। ਕਦੀ ਉਹਦੇ ਵੱਲ ਦੇਖਿਆ ਹੀ ਨਹੀਂ? ਦੇਖਿਆ। ਕਿਉਂ ਨਹੀਂ ਦੇਖਿਆ? ਕਿਉਂਕਿ ਸਾਨੂੰ ਉਹਦੀ ਪਛਾਣ ਨਹੀਂ ਹੋਈ। ਜੇ ਪਛਾਣ ਹੋ ਜਾਂਦੀ ਤਾਂ ਫਿਰ ਕਹਿੰਦੇ ਨੇ ਉਡਾ ਉਡ ਚੜਾ ਅਸਮਾਨ, ਸਹਾਏ ਸਮਰੱਥ ਤੇਰੇ ਤਾਂ। ਉਹ ਤੇਰਾ ਤਾਂ ਨੇ, ਫਿਰ ਤੂੰ ਕਹਿੰਦੀ ਬੋਲ ਇਹ ਸਮਰੱਥ ਮੈਂ ਤਾਂ ਅਸਮਾਨ ਵੀ ਤੇਰੇ ਤਾਣ ਦੇ ਉੱਤੇ ਉਡਾਰੀਆਂ ਮਾਰਦੀਆਂ। ਬਸ ਫਿਰ ਅਸੀਂ ਇਹ ਗੱਲ ਕਹਿਣੀ ਸੀ, ਵਾਹਿਗੁਰੂ ਤੇਰਾ ਤਾਂ ਦਿੱਤਾ ਹੈ ਸਭ ਕੁਛ, ਇਹ ਰੂਪ, ਇਹ ਸ਼ਕਲ, ਇਹ ਅਕਲ ਸਭ ਤੇਰੀ ਦਿੱਤੀ ਹੋਈ ਹੈ। ਇਹ ਪਛਾਣ ਹੈ। ਜਦੋਂ ਅਸੀਂ ਇਹਦੇ ਸ਼ੁਕਰਾਨੇ ਵਿੱਚ ਆ ਜਾਂਦੇ ਹਾਂ ਤਾਂ ਸਾਹਿਬ ਜੀ ਕਹਿੰਦੇ ਨੇ ਗੁਰਮੁਖ ਰਾਮ ਨਾਮ ਰੰਗ ਰਾਤਾ, ਨਾਨਕ ਗੁਰਮੁਖ ਖਸਮ ਪਛਾਤਾ। ਮੇਰੇ ਮਨ ਪਰਦੇਸੀ ਵੇ ਪਿਆਰੇ, ਆਓ ਕਰੇ ਇਹ ਪਛਾਣ ਹੈ। ਹਰ ਗੁਰੂ ਮਿਲਾਵੋ ਮੇਰੇ ਪਿਆਰੇ, ਘਰ ਬਸ ਹਰੇ, ਇਹ ਪਛਾਣ ਹੈ। ਤੇ ਗੁਰੂ ਦੇ ਅਨਸਾਰੀ ਹੋ ਕੇ ਜਿਹੜਾ ਤੁਰਦੇ ਹਨ, ਉਹਨਾਂ ਦਾ ਖਸਮ ਨਾਲ ਮਿਲਾਪ ਹੋ ਜਾਂਦਾ ਹੈ। ਉਹ ਸਨਮੁਖ, ਗੁਰੂ ਦੇ ਸਨਮੁਖ ਖਸਮ ਪ੍ਰਭੂ ਨੂੰ ਪਛਾਣ ਲੈਂਦੇ ਹਨ, ਮਿਲ ਜਾਂਦੇ ਹਨ। ਇਹ ਨਿੱਕੀ ਜਿਹੀ ਜਿੰਦ ਨੂੰ ਸਰਵ ਵਿਆਪਕ ਜਿੰਦ ਵਿੱਚ ਅਭੇਦ ਕਰ ਦਿੰਦੇ ਹਨ, ਪਰ ਉਹ ਜਿਹੜੇ ਗੁਰੂ ਅਨਸਾਰੀ ਹੋ ਜਾਂਦੇ ਹਨ। ਅੱਜ ਦੀ ਪੌੜੀ ਵਿੱਚ ਸਤਿਗੁਰੂ ਜੀ ਨੇ ਦੱਸਿਆ, ਜਿਹੜੇ ਗੁਰੂ ਦੇ ਦੱਸੇ ਰਾਹ ਤੇ ਤੁਰਦਾ ਹੈ, ਉਹਨੂੰ ਸ਼ਾਸਤਰਾਂ, ਸਿਮਰਤੀਆਂ ਦੇ ਵੇਦਾਂ ਦੇ ਗਿਆਨ ਤੋਂ ਉੱਪਰ ਦੀ ਸੋਚ ਚਲੀ ਜਾਂਦੀ ਹੈ। ਉਹਨੂੰ ਸ਼ਬਦ ਤੋਂ ਬਿਨਾਂ ਹੋਰ ਕੋਈ ਗਿਆਨ ਦੀ ਲੋੜ ਨਹੀਂ। ਉਹ ਸਮਝ ਲੈਂਦਾ ਹੈ ਕਿ ਮੇਰੇ ਗਿਆਨ ਦਾ ਦਾਤਾ ਮੇਰਾ ਸਤਿਗੁਰੂ ਹੈ, ਔਰ ਇਹਦੇ ਵਾਸਤੇ ਹੀ ਮੈਂ ਗਿਆਨ ਹਾਸਲ ਕਰਨਾ। ਇਹ ਉਹਨੂੰ ਸਮਝ ਆ ਜਾਂਦੀ ਹੈ ਕਿ ਪਰਮੇਸ਼ਰ ਦਾ ਵਾਸਾ ਹਰ ਜਗ੍ਹਾ ਦੇ ਉੱਤੇ ਹੈ। ਉਹਦੀ ਸਰਵ ਵਿਆਪਕਤਾ ਦਾ ਭੇਦ ਸਮਝ ਲੈਂਦਾ ਹੈ। ਅੰਦਰੋਂ ਵੈਰ ਵਿਰੋਧ ਦੀਆਂ ਦੀਵਾਰਾਂ ਟੁੱਟ ਜਾਂਦੀਆਂ ਨੇ। ਉਹਦੇ ਸਰਬੱਤ ਦੇ ਭਲੇ ਦਾ ਸੰਕਲਪ ਜਿਹੜਾ ਹੈ ਉਹਦੇ ਅੰਦਰ ਜਾਗਦਾ ਹੈ, ਤੇ ਫਿਰ ਉਹ ਲੇਖਾ ਜੋਖਾ ਖਤਮ ਕਰ ਦਿੰਦਾ ਹੈ। ਫਿਰ ਕਹਿੰਦੇ ਨੇ ਕਦੀ ਸੋਚ ਵੀ ਨਹੀਂ ਆਉਣ ਦਿੰਦਾ ਆਪਣੇ ਮਨ ਵਿੱਚ ਕਿ ਮੇਰੇ ਨਾਲ ਕਿਸੇ ਨੇ ਵਧੀਕੀ ਕੀਤੀ ਹੈ, ਕਿਸੇ ਨੇ ਮੇਰੇ ਨਾਲ ਵਾਧੂ ਕੀਤਾ ਹੈ, ਇਹ ਕੀਤੀ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਪ੍ਰਭੂ ਦੇ ਨਾਮ ਦੇ ਪਿਆਰ ਵਿੱਚ ਰੰਗਿਆ ਰਹਿੰਦਾ। ਤੇ ਸਤਿਗੁਰੂ ਜੀ ਕਹਿੰਦੇ ਨੇ ਇਸ ਤਰ੍ਹਾਂ ਉਹ ਸਨਮੁਖ ਰਹਿ ਕੇ ਪ੍ਰਭੂ ਦੀ ਪਹਿਚਾਣ ਕਰਦਾ। ਉਹਦੇ ਵਿੱਚ ਤੂੰ ਤੂੰ ਕਰਤਾ ਤੂੰ ਹੁਆ ਹੋ ਜਾਂਦਾ ਹੈ। ਭੁੱਲ ਚੁੱਕ ਦੀ ਖਿਮਾ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।